जो बोले सो निर्भय भगवान वाल्मीकि महाराज की जय। गुरु वाल्मीकि दाता महाराज जी, सदा भगतां दी रखदा लाज जी, सदा भगतां दी रखदा लाज जी। गुरु वाल्मीकि दाता महाराज जी। हर वेले जीबा नाम उस दा ही लैंदी ऐ, तन गुरु रूह मेरी कहंदी ऐ। हर वेले जीबा नाम उस दा ही लैंदी ऐ, तन गुरु रूह मेरी कहंदी ऐ। ओने सारे ही सवारे मेरे काज जी, सदा भगतां दी रखदा लाज जी, सदा भगतां दी रखदा लाज जी। गुरु वाल्मीकि दाता महाराज जी। चारे पासे छाया ओदे ज्ञान वाला नूर जी, ओह हुंदा पूरा जेड़ा ओनू मंजूर जी। चारे पासे छाया ओदे ज्ञान वाला नूर जी, ओह पूरा हुंदा जेड़ा ओनू मंजूर जी। झूठी दुनिया दे झूठे भी रवाज जी, सदा भगतां दी रखदा लाज जी, सदा भगतां दी रखदा लाज जी। गुरु वाल्मीकि दाता महाराज जी। रचना रमैण ओदी जो भी विचारदा, मिले कामयाबी नहीं हो जिंदगी चो हारदा। रचना रमैण ओदी जो भी विचारदा, मिले कामयाबी नहीं हो जिंदगी चो हारदा। मेरे गुरु जी दा वखरा समाज जी, सदा भगतां दी रखदा लाज जी, सदा भगतां दी रखदा लाज जी। गुरु वाल्मीकि दाता महाराज जी। सदा पुरे आई सच हथुआर दी, कोई चीज दीवी ना झूठे संसार दी। सदा बुरे आई सच हथुआर दी, कोई चीज दीवी ना झूठे संसार दी। कर किसे नू ना बंदे अनराज जी, सदा भगतां दी रखदा लाज जी, सदा भगतां दी रखदा लाज जी। गुरु वाल्मीकि दाता महाराज जी। तारी जय मूर्ख ते दुनिया ते लख जी, किन्ना चिर गुरु कोलों रहणगे वख जी। तारी जय मूर्ख ते दुनिया ते लख जी, किन्ना चिर गुरु कोलों रहणगे वख जी। आखिर टुटनी आकड़ बजाज जी,
सदा भगता दी रखदा लाज जी, सदा भगता दी रखदा लाज जी। गुरु वाल्मीक दाता महाराज जी, गुरु वाल्मीक दाता महाराज जी। जो बोले सो निर्भय, भगवान वाल्मीकि महाराज की जय। प्यारी साध संगत जी, भगवान वाल्मीकि जी की जय। जय गुरुदेव, धन गुरुदेव। ਅੱਜ ਆਪਾਂ ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਉਮਰ ਕਲਿਆਣ ਜੀ ਅਤੇ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸਹੋਤਾ। ਭਾਈ ਸਾਹਿਬ ਜੀ, ਭਗਵਾਨ ਵਾਲਮੀਕि जी की जय। ਭਾਈ ਉਮਰ ਕਲਿਆਣ ਜੀ ਨੇ ਭਗਵਾਨ ਵਾਲਮੀਕ ਜੀ ਦਾ ਸ਼ਬਦ ਪੜਿਆ, ਗੁਰੂ ਵਾਲਮੀਕ ਦਾਤਾ ਮਹਾਰਾਜ ਜੀ, ਸਦਾ ਭਗਤਾਂ ਦੀ ਰੱਖਦਾ ਲਾਜ ਜੀ। ਭਾਈ ਸਾਹਿਬ ਜੀ ਨੇ ਵਰਣਨ ਕੀਤਾ ਕਿ ਉਹ ਮਾਲਕ ਸਦਾ ਹੀ ਭਗਤਾਂ ਦੀ ਲਾਜ ਰੱਖਦਾ। ਆਪਾਂ ਪੁਰਾਣੀ ਹਿਸਟਰੀ ਵਿੱਚ ਜੇਕਰ ਝਾਤੀ ਮਾਰ ਕੇ ਦੇਖੀਏ ਤਾਂ ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਦ੍ਰੋਪਦੀ ਦੀ ਲਾਜ ਰੱਖਣ ਦੀ ਗੱਲ, ਇਸੇ ਤਰ੍ਹਾਂ ਹੀ ਤਾਰਾ ਰਾਣੀ ਦੇ ਖੜਾਮ ਦੇ ਜੁੜਨ ਦੀ ਗੱਲ ਵੀ ਗੁਰਬਾਣੀ ਅੰਦਰ ਆਈ। ਇਸੇ ਤਰ੍ਹਾਂ ਹੀ ਸੰਤ ਮੀਰਾਬਾਈ ਜੀ ਦੀ ਜ਼ਿੰਦਗੀ ਵੀ ਸਾਡੇ ਸਾਹਮਣੇ ਹੈ। ਉਹ ਜ਼ਹਿਰ ਹੀ ਪੀ ਗਈ। ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਇਸ ਇਨਸਾਨ ਨੂੰ ਜ਼ਿੰਦਗੀ ਦੀ ਕਾਮਯਾਬੀ ਲਈ ਕਹਿ ਲਈਏ, ਮਨੁੱਖੀ ਜਨਮ ਦੇ ਸਫਲ ਕਰਨ ਦੀ ਗੱਲ ਕਹਿ ਲਈਏ, ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਆਖਿਆ ਜਾ ਸਕਦਾ। ਆਪਾਂ ਭਗਵਾਨ ਵਾਲਮੀਕ ਜੀ ਦਾ ਜਨਮ ਦਿਨ ਕਹਿ ਲਈਏ, ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਕਹਿ ਲਈਏ, ਭਗਵਾਨ ਵਾਲਮੀਕ ਜੀ ਦਾ ਪ੍ਰਕਾਸ਼ ਉਤਸਵ ਕਹਿ ਲਈਏ, ਜਾਂ ਫਿਰ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਕਹਿ ਲਈਏ। ਇੱਕੋ ਹੀ ਸ਼ਬਦ ਦੇ ਵੱਖਰੇ ਵੱਖਰੇ ਨਾਮ ਆਖੇ ਜਾ ਸਕਦੇ ਹਨ। ਮਾਲਕ ਦੇ ਪਿਆਰੇ ਆਪਾਂ ਨੂੰ ਕੀ ਦੱਸਦੇ ਹਨ ਕਿ ਸਭ ਦੇ ਅੰਦਰ ਜੋ ਆਤਮਾ ਹੈ ਉਹ ਇੱਕ ਹੈ ਅਤੇ ਉਸ ਨੂੰ ਜਾਣਨ ਦਾ ਢੰਗ, ਤਰੀਕਾ ਅਤੇ ਸਾਧਨ ਹਰੇਕ ਮਹਾਤਮਾ ਨੇ ਆਪਣੇ ਆਪਣੇ ਧਾਰਮਿਕ ਗ੍ਰੰਥ ਦੇ ਅੰਦਰ ਲਿਖਿਆ। ਮੈਨੂੰ ਗੁਰਬਾਣੀ ਦੀ ਇੱਕ ਕੜੀ ਯਾਦ ਆ ਗਈ। ਭੀਖਾ ਜੀ ਇੱਕ ਮੁਸਲਮਾਨ ਮਹਾਤਮਾ ਹੋਏ ਹਨ। ਆਪਣੀ ਬਾਣੀ ਅੰਦਰ ਉਹਨਾਂ ਨੇ ਇੱਕ ਜਗ੍ਹਾ ਤੇ ਲਿਖਿਆ, ਭੀਖਾ ਭੂਖਾ ਕੋ ਨਹੀਂ, ਸਭ ਕੀ ਗਠੜੀ ਲਾਲ, ਗਿਰੇ ਖੋਲ ਨਾ ਜਾਣ ਸੀ, ਤਾਂ ਤੇ ਪੈ ਕੰਗਾਲ। ਭੀਖਾ ਜੀ ਦੱਸ ਰਹੇ ਹਨ ਕਿ ਦੁਨੀਆ ਦੇ ਅੰਦਰ ਮਾਲਕ ਨੇ ਕਿਸੇ ਨੂੰ ਵੀ ਘੱਟ ਜਾਂ ਵੱਧ ਨਹੀਂ ਦਿੱਤਾ। ਸਵਾਲ ਇਸ ਚੀਜ਼ ਦਾ ਹੈ ਕਿ ਉਸ ਦੀ ਪਹਿਚਾਣ ਕਰਨੀ ਪਵੇਗੀ। ਜਿਸ ਤਰ੍ਹਾਂ ਹੀਰੇ ਜਾਂ ਜਵਾਹਰਾਤ ਨੂੰ ਪਹਿਚਾਣ ਕਰਨ ਦੀ ਪਾਰਖੂ ਅੱਖ ਜਵਾਰੀ ਪਾਸ ਹੁੰਦੀ ਹੈ। ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮਨਾਉਣ ਤੋਂ ਭਾਵ ਉਹਨਾਂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਆਖਿਆ ਜਾ ਸਕਦਾ। ਦੂਸਰੇ ਲਫ਼ਜ਼ਾਂ ਵਿੱਚ ਆਪਾਂ ਆਖ ਸਕਦੇ ਹਾਂ ਕਿ ਉਸ ਦੇ ਵਿਚਾਰਾਂ ਨਾਲ ਸਾਂਝ ਪਾਉਣੀ ਹੀ ਭਗਵਾਨ ਵਾਲਮੀਕ ਜੀ ਦਾ ਗੁਰਪੁਰਬ ਆਖਿਆ ਜਾ ਸਕਦਾ। ਬਾਣੀ ਅੰਦਰ ਜੋ ਲਿਖਿਆ ਉਸ ਨੂੰ ਮੰਨਣ ਵਿੱਚ ਲੈ ਕੇ ਆਉਣਾ ਹੀ ਉਸ ਦਾ ਪ੍ਰਗਟ ਦਿਵਸ ਮਨਾਉਣਾ ਆਖਿਆ ਜਾ ਸਕਦਾ। ਆਪਾਂ ਇਸ ਨੂੰ ਇੱਕ ਬਾਹਰਲੀ ਉਦਾਹਰਣ ਲੈ ਕੇ ਸਮਝ ਸਕਦੇ ਹਾਂ ਕਿ ਭਾਰਤ ਵਿੱਚ ਜੁਲਾਈ ਅਗਸਤ ਦੇ ਮਹੀਨੇ ਵਿੱਚ ਕਾਫੀ ਗਰਮੀ ਵਾਲੇ ਆਖੇ ਜਾਂਦੇ ਹਨ। ਇੱਕ ਬਿਰਧ ਮਾਂ-ਬਾਪ ਦਾ ਮੰਜਾ ਧੁੱਪ ਵਿੱਚ ਹੋਵੇ, ਉਹ ਇਹ ਆਖਣ ਕਿ ਉਹਨਾਂ ਦਾ ਮੰਜਾ ਧੁੱਪ ਵਿੱਚੋਂ ਚੱਕ ਕੇ ਛਾਂ ਵਿੱਚ ਕਰ ਦਿੱਤਾ ਜਾਵੇ।
ਜੇਕਰ ਉਸ ਮਾਂ ਬਾਪ ਦੇ ਬੱਚੇ ਉਸ ਦੇ ਮੰਜੇ ਦੇ ਇਰਦ ਗਿਰਦ ਹੀ ਚੱਕਰ ਕੱਟੀ ਜਾਣ, ਮਾਂ ਬਾਪ ਦੀ ਗੱਲ ਮੰਨਣ ਹੀ ਨਾ, ਤਾਂ ਕੀ ਆਪਾਂ ਮਾਂ ਬਾਪ ਨੂੰ ਖੁਸ਼ ਕਰ ਸਕਦੇ ਹਾਂ? ਗੁਰਮੁਖ ਪਿਆਰਿਓ, ਬਾਪ ਦੀ ਖੁਸ਼ੀ ਉਸ ਦੀ ਆਗਿਆਕਾਰੀ ਵਿੱਚ ਹੈ। ਉਸ ਦੀ ਆਗਿਆਕਾਰੀ ਕੀ ਹੈ? ਜੋ ਉਸਨੇ ਬਾਣੀ ਅੰਦਰ ਸਾਨੂੰ ਲਿਖ ਕੇ ਦਿੱਤਾ, ਉਸ ਨੂੰ ਮੰਨਣ ਵਿੱਚ ਲੈ ਕੇ ਆਉਣਾ। ਮੰਨਣ ਵਿੱਚ ਉਸ ਸਮੇਂ ਲੈ ਕੇ ਆਵਾਂਗੇ ਜਦੋਂ ਇਸ ਬਾਣੀ ਨੂੰ ਸੁਣਾਂਗੇ। ਮੈਨੂੰ ਇਹ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਗੁਰੂ ਘਰ ਵਿੱਚ ਗਏ, ਦੁਨਿਆਵੀ ਗੱਲਾਂ ਕਰਕੇ ਹੀ ਆ ਗਏ ਤਾਂ ਫਿਰ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆਵੇਗੀ। ਡਾਕਟਰ ਦੀ ਸਰਜਰੀ ਦੇ ਚੱਕਰ ਕੱਟਣ ਨਾਲ ਕਿਸੇ ਦੀ ਬਿਮਾਰੀ ਠੀਕ ਹੁੰਦੀ ਨਹੀਂ ਦੇਖੀ। ਖਾਣਾ ਬਣਾਉਣ ਦੀ ਕਿਤਾਬ ਪੜ੍ਹਨ ਨਾਲ ਕਿਸੇ ਦੀ ਭੁੱਖ ਦੂਰ ਹੁੰਦੀ ਨਹੀਂ ਦੇਖੀ। ਏਅਰਪੋਰਟ ਦੇ ਚੱਕਰ ਕੱਟਣ ਨਾਲ ਕਿਸੇ ਦਾ ਦੁਨਿਆਵੀ ਸਫ਼ਰ ਤੈਅ ਹੁੰਦਾ ਨਹੀਂ ਦੇਖਿਆ। ਗੁਰਮੁਖ ਪਿਆਰਿਓ, ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇਸ ਮੀਡੀਆ ਦੇ ਯੁੱਗ ਵਿੱਚ ਫੇਸਬੁੱਕ, ਟੈਲੀਵਿਜ਼ਨ ਜਾਂ ਫਿਰ ਪੇਪਰਾਂ ਵਿੱਚ ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਬਾਰੇ ਕਾਫੀ ਕੁਝ ਪ੍ਰਚਾਰਿਆ ਜਾ ਰਿਹਾ ਹੈ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਆਪ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਅੱਜ ਦੇ ਇਸ ਸ਼ਬਦ ਦੇ ਅੰਦਰ ਕਹਿ ਲਈਏ, ਅੱਜ ਦੀ ਇਸ ਵਾਰਤਾਲਾਪ ਦੇ ਅੰਦਰ ਕਹਿ ਲਈਏ, ਜਿਸ ਤਰ੍ਹਾਂ ਆਪਾਂ ਭਾਈ ਸਾਹਿਬ ਦੇ ਕੋਲੋਂ ਪਹਿਲਾਂ ਸ਼ਬਦ ਜਿਹੜਾ ਉਹ ਸਰਵਣ ਕੀਤਾ ਤੇ ਉਹਨਾਂ ਨੇ ਆਪਣੇ ਸ਼ਬਦ ਦੇ ਅੰਦਰ ਦਾਤਾ ਲਫ਼ਜ਼ ਜਿਹੜਾ ਉਸ ਨੂੰ ਵਰਤੋਂ ਵਿੱਚ ਲੈ ਕੇ ਆਂਦਾ। ਜਿਸ ਤਰ੍ਹਾਂ ਉਹਨਾਂ ਨੇ ਵਰਣਨ ਕੀਤਾ, ਗੁਰੂ ਵਾਲਮੀਕ ਦਾਤਾ ਮਹਾਰਾਜ ਜੀ ਸਦਾ ਭਗਤਾਂ ਦੀ ਰੱਖਦਾ ਲਾਜ ਜੀ। ਉਸ ਮਾਲਕ ਦੇ ਪਿਆਰੇ ਆਪਾਂ ਕਹਿ ਲਈਏ, ਜਦੋਂ ਵੀ ਇਸ ਦੁਨੀਆ ਦੇ ਅੰਦਰ ਆਉਂਦੇ ਤੇ ਫਿਰ ਉਹ ਦਾਤੇ ਬਣ ਕੇ ਆਉਂਦੇ। ਦਾਤੇ ਤੋਂ ਭਾਵ ਕਿ ਉਹ ਉਸ ਅਵਸਥਾ ਦੇ ਮਾਲਕ ਹੁੰਦੇ ਕਹਿ ਲਈਏ, ਉਸ ਰੂਹਾਨੀਅਤ ਦੇ ਆਪਾਂ ਬਾਦਸ਼ਾਹ ਕਹਿ ਲਈਏ, ਜਾਂ ਦੂਸਰੇ ਲਫ਼ਜ਼ਾਂ ਵਿੱਚ ਆਪਾਂ ਇਹ ਗੱਲ ਆਖ ਲਈਏ ਕਿ ਕੁੱਲ ਮਾਲਕ ਅਕਾਲ ਪੁਰਖ ਦਾ ਜਿਹੜਾ ਸਾਕਾਰ ਰੂਪ ਆਪਾਂ ਕਹਿ ਲਈਏ, ਉਹ ਉਹਨਾਂ ਦੇ ਵਿੱਚ ਜਿਹੜਾ ਪ੍ਰਗਟ ਤੌਰ ਤੇ ਦੇਖਿਆ ਜਾ ਸਕਦਾ। ਭਾਵ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ, ਇਸ ਕਰਕੇ ਉਹ ਦਾਤੇ ਬਣ ਕੇ ਇਸ ਦੁਨੀਆ ਦੇ ਅੰਦਰ ਵਿਚਰਦੇ। ਦਾਤੇ ਦੀ ਗੱਲ ਕਰਦੇ ਹੋਏ ਗੁਰੂ ਘਰ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਕੀ ਲਿਖਿਆ? ਕਹਿੰਦੇ ਦੱਦਾ ਦਾਤਾ ਏਕ ਹੈ। ਕਹਿੰਦੇ ਉਹ ਦਾਤਾ ਇੱਕ ਆ, ਸਭ ਕੋ ਦੇਵਨ ਹਾਰ। ਕਹਿੰਦੇ ਉਹ ਸਾਰਿਆਂ ਨੂੰ ਹੀ ਦੇਣ ਦੇ ਸਮਰੱਥ ਆ, ਭਾਵ ਉਹ ਤਾਕਤ ਰੱਖਦਾ। ਦਿਨ ਦੇ ਟੋਟ ਨਾ ਆਵਈ। ਕਹਿੰਦੇ ਉਸ ਦਾ ਭੰਡਾਰ ਇੰਨਾ ਭਰਿਆ ਹੋਇਆ। ਕਹਿੰਦੇ ਅਗਨਤ ਭਰੇ ਭੰਡਾਰ। ਅਗਨਤ ਤੋਂ ਭਾਵ ਅਣਗਿਣਤ, ਗਿਣਤੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਭਾਈ ਸਾਹਿਬ ਨੇ ਜੋ ਸ਼ਬਦ ਪੜਿਆ ਉਸ ਦੇ ਅੰਦਰ ਉਹਨਾਂ ਨੇ ਭਗਵਾਨ ਵਾਲਮੀਕ ਜੀ ਦੀ ਉਪਮਾ ਕਹਿ ਲਓ, ਉਹਨਾਂ ਦੇ ਗੁਣਾਂ ਦਾ ਵਰਣਨ ਜਿਹੜਾ ਆਪਣੇ ਸ਼ਬਦ ਦੇ ਅੰਦਰ ਕੀਤਾ ਕਿ ਉਹ ਜਦੋਂ ਵੀ ਇਸ ਦੁਨੀਆ ਦੇ ਅੰਦਰ ਆਉਂਦੇ ਤੇ ਫਿਰ ਉਹ ਦਾਤੇ ਬਣ ਕੇ ਆਉਂਦੇ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇਹ ਜਿਹੜਾ ਧਾਰਮਿਕ ਗ੍ਰੰਥ ਆ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਲਿਖਿਆ। ਉਸ ਨੂੰ ਉਹਨਾਂ ਨੇ ਗਿਆਨ ਰੂਪੀ ਸੂਰਜ ਆਖਿਆ। ਕਹਿੰਦੇ ਜਿੰਨਾ ਚਿਰ ਇਹ ਇਨਸਾਨ ਬਾਣੀ ਦੇ ਅਨੁਸਾਰ ਉਸ ਗਿਆਨ ਨੂੰ ਆਪਣੇ ਅੰਦਰ ਪ੍ਰਗਟ ਨਹੀਂ ਕਰੇਗਾ, ਇਹ ਇਨਸਾਨ ਉਸ ਦੀ ਦਿੱਤੀ ਹੋਈ ਦਾਤ ਕਹਿ ਲਈਏ, ਉਸ ਦੀ ਦਿੱਤੀ ਹੋਈ ਰਹਿਮਤ ਕਹਿ ਲਈਏ, ਉਸ ਦੀ ਦਿੱਤੀ ਹੋਈ ਬਖਸ਼ਿਸ਼ ਕਹਿ ਲਈਏ, ਉਸ ਤੋਂ ਇਹ ਇਨਸਾਨ ਜਿਹੜਾ
ਉਹ ਫਾਇਦਾ ਨਹੀਂ ਉਠਾ ਸਕਦਾ। ਕਿਤੇ ਕਿਤੇ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਆਪਾਂ ਨੂੰ ਸਮਝਾਉਣ ਦੇ ਲਈ ਇਸ ਚੀਜ਼ ਦਾ ਵਰਣਨ ਕੀਤਾ ਜੀ। ਜਿਸ ਤਰ੍ਹਾਂ ਗਿਆਨ ਰੂਪੀ ਸੂਰਜ ਦੀ ਗੱਲ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਕੀਤੀ, ਇਸੇ ਤਰ੍ਹਾਂ ਗੁਰੂ ਘਰ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਵਰਣਨ ਕੀਤਾ। ਕਹਿੰਦੇ ਰਾਤੀ ਹੋਵਨ ਕਾਲੀਆਂ, ਕਹਿੰਦੇ ਇਸ ਵਿੱਚ ਕੋਈ ਸ਼ੱਕ ਨਹੀਂ, ਰਾਤ ਦਾ ਅੰਧੇਰਾ ਜਿਹੜਾ ਉਹ ਕਹਿੰਦੇ ਰੋਸ਼ਨੀ ਨੂੰ ਢੱਕ ਦੇਵੇਗਾ। ਰਾਤੀ ਹੋਵਨ ਕਾਲੀਆਂ ਸਫੇਦਾਂ ਸੇਵਨ, ਸਫੇਦਾਂ ਤੋਂ ਭਾਵ ਰੋਸ਼ਨੀ, ਕਹਿੰਦੇ ਉਸ ਨੂੰ ਉਹ ਅੰਧੇਰਾ ਜਿਹੜਾ ਉਹ ਢੱਕ ਦੇਵੇਗਾ। ਦੇਹੋ ਬੱਗਾ ਤਪੇ ਘਣਾ ਕਾਲੇ ਆ ਕਾਲੇ ਬਨ, ਕਹਿੰਦੇ ਜਿਸ ਸਮੇਂ ਦਿਨ ਦਾ ਚਾਨਣ ਆਵੇਗਾ, ਰੋਸ਼ਨੀ ਆਵੇਗੀ, ਤੇ ਫਿਰ ਉਹ ਜਿਹੜਾ ਅੰਧੇਰਾ ਨਾ ਉਹ ਆਪਣੇ ਆਪ ਜਿਹੜਾ ਉਹ ਖਤਮ ਹੋ ਜਾਵੇਗਾ। ਇਸੇ ਚੀਜ਼ ਨੂੰ ਭਗਵਾਨ ਵਾਲਮੀਕ ਜੀ ਨੇ ਆਪਣੀ ਮਹਾਨ ਰਚਨਾ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਬਹੁਤ ਸਾਰੇ ਸਰਗਾਂ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜੀ ਕਿ ਜਿਸ ਤਰ੍ਹਾਂ ਇੱਕ ਹੋਵੇ ਨਾ ਰੱਸੀ ਤੇ ਉਹ ਪਈ ਹੈਗੀ ਅੰਧੇਰੇ ਦੇ ਵਿੱਚ, ਭਾਵ ਕਿ ਉਸ ਜਿੱਥੇ ਚਾਨਣ ਨਹੀਂ, ਤੇ ਫਿਰ ਉਹ ਰੱਸੀ ਜਿਹੜੀ ਆ ਨਾ ਇਸ ਇਨਸਾਨ ਨੂੰ ਸੱਪ ਦਾ ਭੁਲੇਖਾ ਜਿਹੜੀ ਉਹ ਦੇਵੇਗੀ। ਹੋਵੇਗਾ ਕੀ, ਕਹਿੰਦੇ ਜਦੋਂ ਆਪਾਂ ਉਸ ਕਮਰੇ ਦੇ ਵਿੱਚ ਲਾਈਟ ਜਗਾ ਦਈਏ ਤੇ ਫਿਰ ਇਸ ਇਨਸਾਨ ਨੂੰ ਸੋਝੀ ਮਿਲ ਜਾਵੇਗੀ ਕਿ ਅਸਲ ਵਿੱਚ ਉਹ ਸੱਪ ਨਹੀਂ, ਉਹ ਰੱਸੀ ਆ। ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ। ਜਿਸ ਤਰ੍ਹਾਂ ਉਹਨਾਂ ਨੇ ਇੱਕ ਮਾਰੂਥਲ ਦੀ ਗੱਲ ਜਿਹੜੀ ਆ ਬਹੁਤ ਸਾਰੀ ਆਪਣੀ ਬਾਣੀ ਦੇ ਵਿੱਚ ਵਰਣਨ ਕੀਤਾ ਕਿ ਮਾਰੂਥਲ ਦੇ ਵਿੱਚ ਹਿਰਨ ਜਿਹੜੇ ਆ ਉਹ ਆਪਣੀ ਪਿਆਸ ਨਹੀਂ ਬੁਝਾ ਸਕਦੇ। ਕਹਿੰਦੇ ਦੁਨੀਆ ਦੀਆਂ ਚੀਜ਼ਾਂ ਜਿਹੜੀਆਂ ਦੱਸਣ ਤੋਂ ਕੀ ਭਾਵ ਕਿ ਉਹਨਾਂ ਦੇ ਵਿੱਚੋਂ ਸਾਰ ਵਸਤੂ ਜਿਹੜੀ ਉਸ ਨੂੰ ਆਪਾਂ ਪ੍ਰਾਪਤ ਜਿਹੜਾ ਉਹ ਨਹੀਂ ਕਰ ਸਕਦੇ। ਇਸ ਕਰਕੇ ਜਿੰਨਾ ਚਿਰ ਇਸ ਇਨਸਾਨ ਨੂੰ ਉਹ ਗਿਆਨ ਰੂਪੀ ਸੂਰਜ ਜਿਹੜਾ ਇਸ ਦੇ ਅੰਦਰ ਪ੍ਰਗਟ ਨਹੀਂ ਹੋਵੇਗਾ ਤੇ ਫਿਰ ਇਸ ਇਨਸਾਨ ਦੇ ਅੰਦਰੋਂ ਜੋ ਰਾਤ ਦਾ ਅੰਧੇਰਾ ਨਾ ਉਹ ਖਤਮ ਨਹੀਂ ਹੋ ਸਕਦਾ। ਇਸ ਕਰਕੇ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਕਹਿ ਲਈਏ, ਉਹਨਾਂ ਦਾ ਆਪਾਂ ਗੁਰਪੁਰਬ ਕਹਿ ਲਈਏ, ਪ੍ਰਕਾਸ਼ ਉਤਸਵ ਕਹਿ ਲਈਏ, ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ, ਇੱਕੋ ਹੀ ਸ਼ਬਦ ਦੇ ਜਿਹੜੇ ਉਹ ਵੱਖਰੇ ਵੱਖਰੇ ਨਾਮ ਜਿਹੜੇ ਉਹ ਆਖੇ ਜਾ ਸਕਦੇ। ਆਪਾਂ ਕੋਈ ਦੋ ਪ੍ਰਮਾਣ ਜਿਹੜੇ ਉਹ ਗੁਰਬਾਣੀ ਦੇ ਵਿੱਚੋਂ ਲਵਾਂਗੇ ਇਸ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ, ਇਸ ਪ੍ਰਕਾਸ਼ ਉਤਸਵ ਦੇ ਸੰਬੰਧ ਦੇ ਵਿੱਚ। ਜਿਸ ਤਰ੍ਹਾਂ ਆਪਾਂ ਵਿਚਾਰ ਕਰ ਰਹੇ ਹਾਂ ਬਾਣੀ ਦੀ ਕਸਵੱਟੀ ਦੇ ਅਨੁਸਾਰ ਕਿ ਉਹ ਕੁੱਲ ਮਾਲਕ ਅਕਾਲ ਪੁਰਖ ਕਹਿ ਲਓ, ਰੱਬ ਕਹਿ ਲਓ, ਗੋਡ ਕਹਿ ਲਓ, ਅੱਲਾ ਕਹਿ ਲਓ, ਜਾਂ ਕਿਸੇ ਹੋਰ ਲਫ਼ਜ਼ ਨਾਲ ਆਪਾਂ ਉਸ ਨੂੰ ਯਾਦ ਕਰ ਸਕਦੇ, ਉਹ ਇਨਸਾਨ ਦੇ ਜਾਮੇ ਦੇ ਵਿੱਚ ਇਸ ਦੁਨੀਆ ਦੇ ਅੰਦਰ ਆਵੇਗਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਗਿਆਨ ਰੂਪੀ ਸੂਰਜ ਦੀ ਗੱਲ ਕੀਤੀ, ਸਿੱਖ ਧਰਮ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਜਿਹੜੀ ਕਿ ਪੌੜੀ ਨੰਬਰ 27 ਨੰਬਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਜੀ। ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਕਹਿੰਦੇ ਗੁਰੂ ਸਾਹਿਬਾਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਧੁੰਦ ਮਿਟ ਗਈ। ਭਗਵਾਨ ਵਾਲਮੀਕ ਜੀ ਨੇ ਕਿਹਾ ਕਿ ਗਿਆਨ ਰੂਪੀ ਸੂਰਜ ਦੀ ਗੱਲ, ਅੰਧੇਰਾ ਨਹੀਂ ਖਤਮ ਹੋ ਸਕੇਗਾ ਜਿੰਨਾ ਚਿਰ ਗਿਆਨ ਰੂਪੀ ਸੂਰਜ ਪ੍ਰਗਟ ਨਹੀਂ ਹੋਵੇਗਾ। ਭਾਈ ਗੁਰਦਾਸ ਜੀ ਨੇ ਕੀ ਲਿਖਿਆ? ਕਹਿੰਦੇ ਮਿਟੀ ਧੁੰਦ ਜਗ ਚਾਨਣ ਹੋਆ, ਕਹਿੰਦੇ ਜਗ ਦੇ ਵਿੱਚ ਚਾਨਣ ਹੋ ਗਿਆ। ਇਹ ਨਹੀਂ ਕਿ ਬਾਹਰਲਾ ਸੂਰਜ ਉਦੋਂ ਨਹੀਂ ਸੀ ਹੈਗਾ। ਕਹਿੰਦੇ ਅਗਿਆਨਤਾ ਦਾ ਅੰਧੇਰਾ, ਅਗਿਆਨਤਾ ਰੂਪੀ ਧੁੰਦ ਦਾ ਜਿਹੜਾ ਅੰਧੇਰਾ ਨਾ ਉਸ ਸਮੇਂ ਖਤਮ ਹੋਇਆ ਜਦੋਂ ਕਹਿੰਦੇ ਗੁਰੂ ਸਾਹਿਬਾਨ ਨੇ ਬਾਣੀ ਰੂਪੀ ਸੂਰਜ ਜਿਹੜਾ ਇਸ ਦੁਨੀਆ ਦੇ ਅੰਦਰ ਜਿਹੜਾ ਉਹ ਪ੍ਰਗਟ ਕੀਤਾ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਪਲੋਆ ਤੋਂ ਭਾਵ ਖਤਮ ਹੋਣਾ। ਕਹਿੰਦੇ ਜਿਸ ਤਰ੍ਹਾਂ ਸੂਰਜ ਚੜਿਆ, ਤਾਰੇ ਛਿਪ ਗਏ,
ਤੇ ਜਿਹੜਾ ਅੰਧੇਰਾ ਸੀ ਉਹ ਕਹਿੰਦੇ ਜੀ ਉਹ ਖਤਮ ਹੋ ਗਿਆ। ਇੱਕ ਪ੍ਰਮਾਣ ਆਪਾਂ ਹੋਰ ਲਵਾਂਗੇ ਬਾਣੀ ਦੇ ਵਿੱਚੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ, ਕਿਉਂਕਿ ਆਪਾਂ ਸੰਗਤ ਨਾਲ ਵਿਚਾਰਾਂ ਦੀ ਜਿਹੜੀ ਉਹ ਸਾਂਝ ਪਾ ਰਹੇ ਕਿ ਉਹ ਕੁੱਲ ਮਾਲਕ ਹੀ ਇਨਸਾਨ ਦੇ ਜਾਮੇ ਦੇ ਵਿੱਚ ਇਸ ਦੁਨੀਆ ਦੇ ਅੰਦਰ ਆਉਂਦਾ, ਜਿਸ ਦਾ ਆਪਾਂ ਪ੍ਰਗਟ ਦਿਵਸ ਕਹਿ ਲਈਏ, ਗੁਰਪੁਰਬ ਕਹਿ ਲਈਏ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਮਨਾ ਰਿਹਾ। ਕੀ ਫਰਮਾਇਆ ਬਾਣੀ ਅੰਦਰ? ਕਹਿੰਦੇ ਪ੍ਰਗਟਿਓ ਮਰਦ ਅਗੰਮੜਾ ਵਰ ਆਮ ਅਕੇਲਾ ਵਹਾ ਵਹਾ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਹਿੰਦੇ ਗੁਰੂ ਤੇ ਚੇਲੇ ਦੀ ਗੱਲ ਅਗੰਮੜਾ ਤੋਂ ਭਾਵ ਜੋ ਕਿਸੇ ਦੇ ਡਰ ਤੋਂ ਰਹਿਤ ਜਿਹੜਾ ਉਸ ਪ੍ਰਮਾਤਮਾ ਵਾਸਤੇ ਵਰਤਿਆ ਕਿ ਉਹ ਪ੍ਰਮਾਤਮਾ ਹੀ ਇਨਸਾਨ ਦੇ ਜਾਮੇ ਦੇ ਵਿੱਚ ਇਸ ਦੁਨੀਆ ਦੇ ਅੰਦਰ ਜਿਹੜਾ ਉਹ ਆਉਂਦਾ। ਆਪਾਂ ਭਗਵਾਨ ਵਾਲਮੀਕ ਜੀ ਦੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਜੀ ਕਿ ਗੁਰਪੁਰਬ ਦੇ ਸੰਬੰਧ ਵਿੱਚ ਥੋੜੇ ਜਿਹੇ ਸਮੇਂ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਕਿਸੇ ਇਤਿਹਾਸਕਾਰ ਨੇ, ਬੇਸ਼ੱਕ ਆਪਾਂ ਇਹ ਕਹਿ ਸਕਦੇ ਕਿ ਵੀ ਵਕਤੀ ਤੌਰ ਤੇ ਉਹਨਾਂ ਨੇ ਉਸ ਸਮੇਂ ਨੂੰ ਜਿਹੜਾ ਉਹ ਮੱਦੇ ਨਜ਼ਰ ਰੱਖਿਆ, ਲੇਕਿਨ ਸਤਿਗੁਰੂ ਕਬੀਰ ਸਾਹਿਬ ਜੀ ਦੀ ਜਿਹੜੀ ਜਨਮ ਤਰੀਕ ਹੈ ਨਾ ਉਸ ਦੇ ਬਾਰੇ ਅੱਜ ਤੱਕ ਵੀ ਵਿਦਵਾਨ ਜਿਹੜੇ ਉਹਨਾਂ ਦੇ ਵਿੱਚ ਮਤਭੇਦ ਜਿਹੜਾ ਉਹ ਆਖਿਆ ਜਾ ਸਕਦਾ। ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਦੀ ਜੇਕਰ ਆਪਾਂ ਬੜੇ ਥੋੜੇ ਸਮੇਂ ਦੀ ਗੱਲ ਆ, ਕੋਈ 600 ਸਾਲ ਦੀ ਲਾ ਲਓ, 650 ਦੀ ਲਾ ਲਓ, ਜਾਂ ਇਸ ਤੋਂ ਥੋੜਾ ਜਿਹਾ ਵੱਧ ਲਾ ਲਓ ਸਮਾਂ, ਲੇਕਿਨ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਰਚਨਾਵਾਂ ਦੇ ਵਿੱਚ ਕਿਤੇ ਆਪਣੀ ਜਿਹੜੀ ਉਮਰ ਆਨਾ ਕਹਿ ਲਓ, ਜਨਮ ਤਰੀਕ ਕਹਿ ਲਓ, ਉਸ ਦਾ ਜ਼ਿਕਰ ਜਿਹੜਾ ਉਹ ਨਹੀਂ ਕੀਤਾ। ਚਰਨਦਾਸ ਕੁਰੀਲ ਜੀ ਇੱਕ ਹੋਏ ਜੀ, ਉਹਨਾਂ ਦੀ ਲਿਖਤ ਅਨੁਸਾਰ ਆਪਾਂ ਇਹ ਜਿਹੜਾ ਫਰਵਰੀ ਵਿੱਚ ਉਹਨਾਂ ਦਾ ਗੁਰਪੁਰਬ ਮਨਾਉਂਦੇ ਆ ਨਾ, ਜਾਂ ਪ੍ਰਕਾਸ਼ ਉਤਸਵ ਦੀ ਆਪਾਂ ਗੱਲ ਕਰ ਲਈਏ, ਇਹ ਉਹਨਾਂ ਦੀ ਲਿਖਤ ਦੇ ਅਨੁਸਾਰ ਜਿਹੜਾ ਉਹ ਆਖਿਆ ਜਾ ਸਕਦਾ। ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਤ੍ਰੇਤਾ ਯੁੱਗ ਦੇ ਅੰਦਰ ਆਏ ਤੇ ਵਿਦਵਾਨਾਂ ਦੇ ਅੰਦਰ ਮਤਭੇਦ ਜਿਹੜਾ ਆਉਣਾ ਕੁਦਰਤੀ ਗੱਲ ਆ, ਲੇਕਿਨ ਸਾਰ ਵਸਤੂ ਆਪਾਂ ਇਸ ਚੀਜ਼ ਨੂੰ ਲੈਣੀ ਕਿ ਬਈ ਉਹਨਾਂ ਦੀ ਬਾਣੀ ਜਿਹੜੀ ਆ ਨਾ ਉਹ ਆਪਾਂ ਨੂੰ ਕੀ ਸਿੱਖਿਆ ਦਿੰਦੀ। ਇੱਕ ਦੁਨਿਆਵੀ ਤੌਰ ਤੇ ਆਪਾਂ ਗੱਲ ਕਰਾਂਗੇ, ਜਿਸ ਤਰ੍ਹਾਂ ਆਪਾਂ ਆਖ ਲਈਏ ਕਿ ਵੀ ਆਪਾਂ ਡਾਕਟਰ ਦੇ ਪਾਸ ਜਾਈਏ ਤੇ ਕਦੇ ਆਪਾਂ ਉਸ ਦੀ ਜਨਮ ਤਰੀਕ ਨਹੀਂ ਪੁੱਛਦੇ, ਸਿੰਪਲ ਗੱਲ। ਇਸੇ ਤਰ੍ਹਾਂ ਕਈ ਵਾਰੀ ਸਾਨੂੰ ਵੀ ਇਹੋ ਜਿਹੇ ਇਨਸਾਨ ਜਿਹੜੇ ਉਹ ਮਿਲ ਜਾਂਦੇ, ਕਹਿੰਦੇ ਜੀ ਕਾਫੀ ਲੰਬੇ ਸਮੇਂ ਤੋਂ ਤੁਸੀਂ ਵੀ ਭਗਵਾਨ ਵਾਲਮੀਕ ਜੀ ਦੇ ਸੰਬੰਧ ਵਿੱਚ ਕਾਂਸ਼ੀ ਟੈਲੀਵਿਜ਼ਨ ਦੇ ਮੀਡੀਆ ਰਾਹੀਂ ਗੱਲਬਾਤ ਜਿਹੜੀ ਉਹ ਕਰ ਰਹੇ ਤੇ ਸਾਨੂੰ ਕੋਈ ਉਹਨਾਂ ਦੇ ਬਾਰੇ ਦੱਸੋ ਕਿ ਬਈ ਇਸ ਤੋਂ ਉਹਨਾਂ ਦੀ ਜਨਮ ਤਰੀਕ ਜਾਂ ਜਨਮ ਦਿਨ ਜਾਂ ਜਿਸ ਤਰ੍ਹਾਂ ਆਪਾਂ ਕਹਿ ਰਹੇ ਉਸ ਦੇ ਸੰਬੰਧ ਵਿੱਚ। ਤੇ ਸਿੰਪਲ ਗੱਲ ਆ ਕਿ ਬਈ ਤੁਸੀਂ ਇਸ ਤਰ੍ਹਾਂ ਕਰੋ ਕਿ ਇਸ ਮਨ ਦੇ ਦਾਇਰੇ ਤੋਂ ਉੱਪਰ ਚਲੇ ਜਾਓ, ਮਹਾਤਮਾ ਦੇ ਦੱਸਣ ਅਨੁਸਾਰ ਨਹੀਂ ਜਾਓਗੇ, ਵਾਦ ਵਿਵਾਦ ਦੇ ਵਿੱਚ ਸਾਰੀ ਜ਼ਿੰਦਗੀ ਲੱਗੇ ਰਹੋਗੇ, ਲੇਕਿਨ ਆਪਾਂ ਜਿਹੜੇ ਉਸ ਤੋਂ ਫਾਇਦਾ ਜਿਹੜਾ ਉਹ ਨਹੀਂ ਉਠਾ ਸਕਦੇ। ਇਨਸਾਨ ਦੇ ਜਾਮੇ ਵਿੱਚ ਆਉਣ ਦੀ ਗੱਲ, ਇਸ ਸੰਸਾਰ ਦੇ ਵਿੱਚ ਜਨਮ ਲੈਣ ਦੀ ਗੱਲ ਜਿਹੜੀ ਸੀ ਜਾਂ ਨਹੀਂ, ਹਰੇਕ ਇਨਸਾਨ ਦਾ ਆਪਣਾ ਆਪਣਾ ਵਿਚਾਰ ਜਿਹੜਾ ਉਸ ਨੂੰ ਆਖਿਆ ਜਾ ਸਕਦਾ, ਲੇਕਿਨ ਗੁਰਬਾਣੀ ਜਿਹੜੀ ਉਹ ਆਪਾਂ ਨੂੰ ਇਸ ਚੀਜ਼ ਬਾਰੇ ਇਸ਼ਾਰਾ ਕਰੇਗੀ। ਮੁਸਲਮਾਨ ਮਹਾਤਮਾ ਬੁੱਲੇ ਸ਼ਾਹ ਜੀ ਹੋਏ, ਕਹਿੰਦੇ ਜੀ ਮੌਲਾ ਆਦਮੀ ਬਣ ਆਇਆ। ਆਪਾਂ ਕੋਈ 3-4 ਐਗਜ਼ਾਮਪਲ ਜਿਹੜੀਆਂ ਉਹ ਲਵਾਂਗੇ। ਸਤਿਗੁਰੂ ਰਵਿਦਾਸ ਜੀ ਨੇ ਕਿਹਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਹਿੰਦੇ ਉਸ ਦੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਭਿੰਨ ਔਰ ਭੇਦ ਨਹੀਂ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਇਸ ਚੀਜ਼ ਦਾ ਇਸ਼ਾਰਾ ਦਿੱਤਾ। ਸਤਿਗੁਰੂ ਨਾਮਦੇਵ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਨਾਮੇ ਨਾਰਾਇਣ ਨਾਹੀ ਭੇਦ ਕਹਿ ਕੇ ਵਰਣਨ ਕੀਤਾ। ਇਸੇ ਤਰ੍ਹਾਂ ਗੁਰੂ ਘਰ ਨੇ ਵੀ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਦੇ ਪ੍ਰਤੀ ਇਸ਼ਾਰਾ ਕੀਤਾ। ਦੱਸਣ ਤੋਂ ਕੀ ਭਾਵ ਕਿ ਉਹ ਕੁੱਲ ਮਾਲਕ ਅਕਾਲ ਪੁਰਖ ਹੀ ਇਨਸਾਨ ਦੇ ਜਾਮੇ ਦੇ ਅੰਦਰ ਇਸ ਸੰਸਾਰ ਦੇ ਅੰਦਰ ਆਵੇਗਾ। ਦੂਸਰੀ ਚੀਜ਼, ਜਿਸ ਤਰ੍ਹਾਂ ਆਪਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕਹਿ ਲਈਏ, ਉਹਨਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਗੱਲ ਕਰ ਰਹੇ, ਬਾਣੀ ਜਿਹੜੀ ਉਸ ਦਾ ਇਨਸਾਨੀ ਜਾਮੇ ਦੇ ਵਿੱਚ ਇਸ ਸੰਸਾਰ ਦੇ ਉੱਪਰ ਆਉਣਾ, ਇਸ ਗੱਲ ਦੀ ਜਿਹੜੀ ਉਹ ਸ਼ਹਾਦਤ ਦੇਵੇਗਾ, ਗਵਾਹੀ ਦੇਵੇਗਾ। ਗੁਰਬਾਣੀ ਕੀ ਦੱਸਦੀ? ਕਹਿੰਦੇ ਜਨਮ ਮਰਨ ਦੋ ਮੇ ਨਾਹੀ ਜਨ ਪਰ ਉਪਕਾਰੀ ਆਏ।
ਕਹਿੰਦੇ ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ, ਲੇਕਿਨ ਆਪਾਂ ਆਪਣੀਆਂ ਅੱਖਾਂ ਨਾਲ ਵੇਖਦੇ ਕਿ ਬਈ ਉਹ ਸਾਡੇ ਵਰਗਾ ਸਰੀਰ ਲੈ ਕੇ ਆਉਂਦਾ। ਇੱਥੇ ਆਪਾਂ ਥੋੜੇ ਜਿਹੇ ਜਿਹੜਾ ਉਹ ਵਿਚਾਰ ਕਰਾਂਗੇ ਕਰਮਾਂ ਦੇ ਸਿਧਾਂਤ ਦੀ ਗੱਲ, ਕਿ ਦੁਨੀਆ ਦੇ ਜਿਹੜੇ ਜੀਵ ਆ ਉਹਨਾਂ ਉੱਪਰ ਕਰਮਾਂ ਦਾ ਕਾਨੂੰਨ ਲਾਗੂ ਹੋਵੇਗਾ, ਲੇਕਿਨ ਉਹ ਮਾਲਕ ਦੇ ਜਿਹੜੇ ਪਿਆਰੇ ਆ ਨਾ, ਇਸ ਕਰਕੇ ਆਪਾਂ ਉਹਨਾਂ ਦਾ ਜਿਹੜਾ ਉਹ ਗੁਰਪੁਰਬ ਕਹਿੰਦੇ, ਪ੍ਰਗਟ ਦਿਵਸ ਕਹਿੰਦੇ, ਕਿਉਂਕਿ ਉਹ ਉਸ ਮਾਲਕ ਦੇ ਵਿੱਚ ਅਭੇਦ ਕਹਿ ਲਈਏ, ਮਾਲਕ ਉਹਨਾਂ ਦੇ ਵਿੱਚ ਪ੍ਰਗਟ ਕਹਿ ਲਈਏ, ਹੈ ਹਰੇਕ ਇਨਸਾਨ ਦੇ ਅੰਦਰ, ਲੇਕਿਨ ਦੂਸਰਿਆਂ ਦੇ ਅੰਦਰ ਉਸ ਨੂੰ ਆਪਾਂ ਜਿਹੜਾ ਉਹ ਗੁਪਤ ਆਖ ਸਕਦੇ। ਭੈਣ ਜੀ ਗੁਰਬਾਣੀ ਦੇ ਵਿੱਚੋਂ ਇੱਕ ਥੋੜਾ ਜਿਹਾ ਹਵਾਲਾ ਦੇ ਕੇ ਭੀਖਣ ਜੀ ਦੀ ਬਾਣੀ ਲੈ ਕੇ ਕਿ ਭੀਖਾ ਭੂਖਾ ਕੋ ਨਹੀਂ ਸਭ ਕੀ ਗਠੜੀ ਲਾਲ। ਉਸ ਮਾਲਕ ਨੇ ਕਿਸੇ ਨੂੰ ਕੋਈ ਵੱਧ ਜਾਂ ਜਿਹੜਾ ਉਹ ਘੱਟ ਜਿਹੜਾ ਉਹ ਨਹੀਂ ਦਿੱਤਾ, ਲੇਕਿਨ ਪਹਿਚਾਣ ਦੀ ਗੱਲ ਜਿਸ ਤਰ੍ਹਾਂ ਆਪਾਂ ਆਖ ਲਈਏ ਕਿ ਉਹ ਜਵਾਹਰੀ ਦੀ ਗੱਲ ਕਰ ਗਏ ਕਿ ਇੱਕ ਜਵਾਹਰੀ ਜਿਹੜਾ ਨਾ ਉਸ ਦੀ ਜਿਹੜੀ ਪਾਰਖੂ ਨਜ਼ਰ ਆ ਨਾ ਉਹ ਉਸ ਦੇ ਨਾਲ ਪਰਖ ਕਰ ਲਵੇਗਾ। ਕਿ ਜਿਸ ਤਰ੍ਹਾਂ ਆਪਾਂ ਕੋਹੇ ਨੂਰ ਹੀਰੇ ਦੀ ਗੱਲ ਕਰਦੇ ਆ ਨਾ, ਕਈ ਵਾਰੀ ਆਪਾਂ ਸਤਸੰਗ ਵਿੱਚ ਉਸ ਦਾ ਜ਼ਿਕਰ ਕੀਤਾ, ਤੇ ਇਸ ਦੇ ਪਿੱਛੇ ਹਿਸਟਰੀ ਆ ਕਿ ਆਂਧਰਾ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚੋਂ ਇੱਕ ਆਜੜੀ ਨੂੰ ਇਹ ਕੋਹੇ ਨੂਰ ਹੀਰਾ ਮਿਲਿਆ। ਉਹ ਘਰ ਲੈ ਗਿਆ, ਉਸਨੇ ਆਪਣੇ ਬੱਚਿਆਂ ਨੂੰ ਖੇਡਣ ਵਾਸਤੇ ਦਿੱਤਾ, ਤੇ ਕੋਈ ਬੱਚੇ ਜਦੋਂ ਖੇਡ ਕੇ ਥੱਕ ਗਏ ਤੇ ਇੱਕ ਕਮਰੇ ਦੀ ਨੁੱਕਰ ਦੇ ਵਿੱਚ ਉਹਨਾਂ ਨੇ ਉਹ ਕੋਹੇ ਨੂਰ ਹੀਰਾ ਜਿਹੜਾ ਉਹ ਰੱਖ ਦਿੱਤਾ। ਇੱਕ ਸਦਾਗਰ ਉਸ ਆਜੜੀ ਦੇ ਪਾਸੋਂ ਭੇਡਾਂ ਲੈਣ ਵਾਸਤੇ ਆਇਆ, ਤੇ ਇੱਕ ਭੇਡ ਦੇ ਉਹਨਾਂ ਨੇ 2 ਰੁਪਏ ਜਿਹੜੇ ਉਸ ਆਜੜੀ ਨੂੰ ਦਿੱਤੇ। ਉਸ ਦੀ ਨਿਗਾਹ ਜਿਹੜੀ ਉਸ ਕੋਹੇ ਨੂਰ ਹੀਰੇ ਦੇ ਉੱਪਰ ਪੈ ਗਈ, ਤੇ ਉਸਨੇ ਉਸ ਆਜੜੀ ਨੂੰ ਪੁੱਛਿਆ ਕਿ ਇਹ ਕਿੱਥੋਂ ਲਿਆ। ਕਹਿੰਦੇ ਆ ਕੱਚ ਹੈਗਾ, ਸ਼ੀਸ਼ਾ ਹੈਗਾ, ਤੇ ਕਹਿੰਦੇ ਜੇ ਨਿਆਣੇ ਖੇਡ ਕੇ ਥੱਕ ਗਏ ਤੈਨੂੰ ਚਾਹੀਦਾ ਤੂੰ ਵੀ ਲੈ ਜਾ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਉਸਨੇ 100 ਰੁਪਇਆ ਇਵਜਾਨੇ ਵਜੋਂ ਕਹਿ ਲਓ, ਨਜਰਾਨੇ ਵਜੋਂ ਕਹਿ ਲਓ, ਉਸਨੂੰ ਦਿੱਤਾ। ਕਹਿੰਦਾ ਮੈਂ ਇਸ ਦੀ ਕੀਮਤ ਨਹੀਂ ਦੇ ਸਕਦਾ। ਤੇ ਆ ਜਿਹੜੀ ਕਹਿਣ ਲੱਗਾ ਦੇਖੋ ਇਹ ਕਿੰਨਾ ਬੇਵਕੂਫ ਆ, ਭੇਡ ਦੇ ਦਿੰਦਾ 2 ਰੁਪਏ ਤੇ ਇਸ ਹੀਰੇ ਦੇ ਕਹਿੰਦਾ ਉਹ 100 ਰੁਪਇਆ ਜਿਹੜਾ ਸਿਰਫ ਜਿਸ ਤਰ੍ਹਾਂ ਆਪਾਂ ਟਿਪ ਕਹਿ ਦਿੰਦੇ ਉਸ ਦੇ ਵਾਸਤੇ ਜਿਹੜਾ ਉਹ ਦੇ ਗਿਆ। ਦੱਸਣ ਤੋਂ ਕੀ ਭਾਵ ਕਿ ਇਸ ਬਾਣੀ ਨੂੰ ਜੇਕਰ ਆਪਾਂ ਪਾਰਖੂ ਨਿਗਾਹ ਨਾਲ ਦੇਖਾਂਗੇ, ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮਨਾਉਣ ਤੋਂ ਭਾਵ ਕਿ ਉਸ ਦੀ ਜੋ ਬਾਣੀ ਕਹਿੰਦੀ ਆ ਨਾ ਆਪਾਂ ਨੂੰ ਗੱਲ, ਜਿੰਨਾ ਚਿਰ ਇਹ ਇਨਸਾਨ ਉਸ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਨਹੀਂ ਬਣਾਵੇਗਾ, ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆ ਸਕਦੀ। ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਕੇ ਕੋਈ 4-5 ਐਗਜ਼ਾਮਪਲ ਦੇ ਕੇ ਕਿ ਗੁਰੂ ਘਰਾਂ ਦੇ ਚੱਕਰ ਕੱਟਣ ਦੇ ਨਾਲ ਕਦੇ ਇਸ ਇਨਸਾਨ ਦੀ ਜ਼ਿੰਦਗੀ ਜਿਹੜੀ ਆ ਨਾ ਉਸ ਦੇ ਵਿੱਚ ਤਬਦੀਲੀ ਜਿਹੜੀ ਉਹ ਨਹੀਂ ਆ ਸਕਦੀ। ਇਸ ਕਰਕੇ ਆਪਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਇਹੋ ਹੀ ਚੀਜ਼ ਜਿਹੜੀ ਉਹ ਲੈ ਕੇ ਸਾਹਮਣੇ ਆ ਰਿਹਾ ਕਿ ਵੀ ਜੇਕਰ ਬਾਪ ਦੀ ਆਪਾਂ ਉਸ ਦੇ ਹੁਕਮ ਨੂੰ ਨਹੀਂ ਮੰਨਿਆ, ਉਸ ਦੀ ਆਗਿਆਕਾਰੀ ਉਸ ਦੇ ਹੁਕਮ ਮੰਨਣ ਵਿੱਚ ਆ ਜੋ ਭਗਵਾਨ ਵਾਲਮੀਕ ਜੀ ਨੇ ਆਪਾਂ ਨੂੰ ਆਖਿਆ, ਜੇਕਰ ਆਪਾਂ ਉਸ ਨੂੰ ਜ਼ਿੰਦਗੀ ਦਾ ਆਧਾਰ ਨਹੀਂ ਬਣਾਇਆ ਤੇ ਫਿਰ ਆਪਾਂ ਭਗਵਾਨ ਵਾਲਮੀਕ ਜੀ ਦੀ ਜਿਹੜੀ ਖੁਸ਼ੀ ਆ ਨਾ ਉਸ ਨੂੰ ਪ੍ਰਾਪਤ ਜਿਹੜਾ ਉਹ ਨਹੀਂ ਕਰ ਸਕਦੇ। ਗੁਰਮੁਖ ਪਿਆਰਿਓ, ਉਸ ਮਾਲਕ ਦੀ ਦਇਆ ਦੇ ਪਾਤਰ ਬਣਨ ਲਈ ਆਖ ਲਈਏ, ਉਸ ਮਾਲਕ ਦੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਖ ਲਈਏ, ਆਪਾਂ ਨੂੰ ਉਸ ਦੇ ਗੁਣਾਂ ਨਾਲ ਸਾਂਝ ਪਾਉਣੀ ਪਵੇਗੀ। ਮੈਨੂੰ ਇੱਕ ਗੁਰਬਾਣੀ ਦੀ ਇੱਕ ਕੜੀ ਯਾਦ ਆ ਗਈ। ਗੁਰੂ ਘਰ ਨੇ ਇੱਕ ਜਗ੍ਹਾ ਤੇ ਫਰਮਾਇਆ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੀ। ਵਾਸਲਾ ਕਹਿੰਦੇ ਹਨ ਇੱਕ ਡੱਬਾ ਜਿਸ ਵਿੱਚ ਸੁਗੰਧੀ ਵਾਲੀਆਂ ਵਸਤਾਂ ਰੱਖੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਆਪਾਂ ਫਲਾਵਰ ਵਾਜ਼ ਵੀ ਆਖਦੇ ਹਾਂ, ਜਿਸ ਵਿੱਚ ਫੁੱਲ ਰੱਖੇ ਜਾਂਦੇ ਹਨ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਕੁਝ ਸਮਾਂ ਪਹਿਲਾਂ ਖਾਸ ਕਰਕੇ ਮੁਗਲ ਕਾਲ ਵਿੱਚ ਅਤਰ ਨੂੰ ਵੇਚਣ ਵਾਲੇ ਲੋਕ ਕੀ ਕਰਦੇ ਸਨ? ਅਤਰ ਨੂੰ ਡੱਬਿਆਂ ਵਿੱਚ ਬੰਦ ਕਰਕੇ ਗਲੀ ਗਲੀ ਬਾਜ਼ਾਰ ਤਰ੍ਹਾਂ ਤਰ੍ਹਾਂ ਦਾ ਅਤਰ ਵੇਚਿਆ ਕਰਦੇ ਸਨ। ਜਿਸ ਲੱਕੜ ਦੇ ਡੱਬੇ ਵਿੱਚ ਇਹ ਅਤਰ ਦੀਆਂ ਸ਼ੀਸ਼ੀਆਂ ਰੱਖੀਆਂ ਜਾਂਦੀਆਂ ਸਨ, ਉਸ ਡੱਬੇ ਵਿੱਚੋਂ ਅਤਰ ਦੀ
ਖੁਸ਼ਬੂ ਦੀਆਂ ਲਪਟਾਂ ਨਿਕਲਦੀਆਂ ਸਨ। ਅਤਰ ਵੇਚਣ ਵਾਲਾ ਜਿਸ ਗਲੀ ਵਿੱਚੋਂ ਵੀ ਲੰਘਦਾ ਜਾਂ ਜਿਸ ਬਾਜ਼ਾਰ ਵਿੱਚ ਵੀ ਬੈਠਾ ਹੁੰਦਾ ਸੀ, ਅਤਰ ਦੀ ਇਹ ਸੁਗੰਧੀ ਚਾਰੇ ਪਾਸੇ ਫੈਲ ਜਾਂਦੀ ਸੀ ਅਤੇ ਹਰ ਲੰਘਣ ਵਾਲਾ ਰਾਹੀ ਜਾਂ ਯਾਤਰੂ ਉਸ ਸੁਗੰਧੀ ਨਾਲ ਭਰਪੂਰ ਹੋ ਜਾਂਦਾ ਸੀ। ਗੁਰੂ ਘਰ ਨੇ ਅੱਗੇ ਚੱਲ ਕੇ ਫਰਮਾਇਆ, ਸਾਂਝ ਕਰੀ ਜੇ ਗੁਣਾ ਕੇਰੀ, ਛੋੜ ਅਵਗੁਣ ਚੱਲੀਏ। ਭਾਈ ਸਾਹਿਬ ਜੀ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਇਹਨਾਂ ਅਵਗੁਣਾਂ ਨੂੰ ਛੱਡਣ ਬਾਰੇ ਆਪ ਸੰਗਤ ਨੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਆਪਾਂ ਵਿਚਾਰ ਕਰ ਰਹੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਦੇ ਵਿੱਚ। ਜਿਸ ਤਰ੍ਹਾਂ ਭੈਣ ਜੀ ਗੁਰਬਾਣੀ ਦੇ ਵਿੱਚੋਂ ਆਸਰਾ ਲੈ ਕੇ ਇੱਕ ਕੜੀ ਉਹਨਾਂ ਨੇ ਵਰਣਨ ਕੀਤੀ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸਲ ਈਜੇ। ਕਹਿੰਦੇ ਉਸ ਵਾਸ ਨੂੰ ਆਪਾਂ ਪ੍ਰਾਪਤ ਕਰਨਾ, ਉਸ ਦੇ ਗੁਣਾਂ ਦੇ ਨਾਲ ਆਪਾਂ ਸਾਂਝ ਪਾਉਣੀ। ਜੇਕਰ ਆਪਾਂ ਉਸ ਦੇ ਗੁਣਾਂ ਦੇ ਨਾਲ ਸਾਂਝ ਨਹੀਂ ਪਾਈ ਤੇ ਫਿਰ ਆਪਾਂ ਉਸ ਦੇ ਪ੍ਰਗਟ ਦਿਵਸ ਜਿਹੜਾ ਕਹਿ ਲਈਏ, ਉਸ ਦਾ ਗੁਰਪੁਰਬ ਆਪਾਂ ਕਹਿ ਲਈਏ, ਉਸ ਤੋਂ ਫਾਇਦਾ ਜਿਹੜਾ ਉਹ ਨਹੀਂ ਉਠਾ ਸਕਦੇ। ਬਾਣੀ ਜਿਹੜੀ ਉਸ ਨੂੰ ਆਪਾਂ ਜ਼ਿੰਦਗੀ ਦੇ ਨਾਲ ਕਿਉਂ ਕੰਪੇਅਰ ਕਰ ਰਹੇ? ਆਪਾਂ ਆ ਬਾਹਰਲੀ ਦੁਨੀਆ ਦੀ ਆਪਾਂ ਗੱਲ ਕਰ ਲੈਨੇ ਜੀ ਕਿ ਜੇਕਰ ਆਪਣੇ ਵਿਚਾਰਾਂ ਦੀ ਸਾਂਝ ਦੀ ਜਿਸ ਤਰ੍ਹਾਂ ਬਾਣੀ ਦੇ ਅਨੁਸਾਰ ਇਹਨਾਂ ਨੇ ਜ਼ਿਕਰ ਕੀਤਾ ਕਿ ਬਈ ਉਹ ਗੱਲ ਬਣੀ ਨਹੀਂ ਨਾ, ਤੇ ਫਿਰ ਆਪਾਂ ਉਸ ਦੇ ਨਾਲ ਮਿੱਤਰਤਾ ਜਿਹੜੀ ਉਹ ਨਹੀਂ ਪਾ ਸਕਦੇ। ਦੁਨਿਆਵੀ ਤੌਰ ਤੇ ਆਪਾਂ ਦੇਖੀਏ ਕਿ ਜੇਕਰ ਬਈ ਆਪਣਾ ਕੋਈ ਦੋਸਤ ਹੋਵੇ, ਉਸ ਦੇ ਵਿਚਾਰਾਂ ਨਾਲ ਆਪਣੀ ਸਾਂਝ ਨਹੀਂ, ਤੇ ਫਿਰ ਉਹ ਦੋਸਤੀ ਜ਼ਿਆਦਾ ਚਿਰ ਕਾਇਮ ਨਹੀਂ ਰਹਿ ਸਕਦੀ। ਆਪਾਂ ਆਪਣੇ ਪਰਿਵਾਰਕ ਜੀਵਨ ਦੀ ਗੱਲ ਕਰ ਲੈਨੇ ਕਿ ਜੇਕਰ ਪਰਿਵਾਰਕ ਜੀਵਨ ਦੇ ਵਿੱਚ ਵੀ ਜੀਵਨ ਸਾਥੀ ਦੇ ਨਾਲ ਜਿਹੜੇ ਆਪਣੇ ਵਿਚਾਰਾਂ ਦੀ ਸਹਿਮਤੀ ਨਹੀਂ, ਤੇ ਆਪਾਂ ਕੀ ਦੇਖਦੇ ਕਿ ਫਿਰ ਉਹ ਰਿਸ਼ਤਾ ਜਿਹੜਾ ਉਹ ਜ਼ਿਆਦਾ ਅਰਸਾ ਕਾਇਮ ਜਿਹੜਾ ਉਹ ਨਹੀਂ ਰਹਿ ਸਕਦਾ। ਇਸ ਕਰਕੇ ਉਸ ਦੇ ਗੁਣਾਂ ਦੇ ਨਾਲ ਸਾਂਝ ਪਾਉਣ ਦੀ ਗੱਲ ਜਿਹੜੀ ਉਹ ਆਪਾਂ ਵਿਚਾਰ ਕਰਾਂਗੇ ਕਿ ਜਿਹੜੀ ਚੀਜ਼ ਉਸ ਨੂੰ ਪਸੰਦ ਨਹੀਂ, ਜੇਕਰ ਇਸ ਇਨਸਾਨ ਨੇ ਉਸ ਦਾ ਤਿਆਗ ਨਹੀਂ ਕੀਤਾ ਤੇ ਫਿਰ ਉਸ ਦੇ ਨਾਲ ਆਪਾਂ ਸਾਂਝ ਜਿਹੜੀ ਉਹ ਨਹੀਂ ਪਾ ਸਕਦੇ। ਭਗਵਾਨ ਵਾਲਮੀਕ ਜੀ ਦੀ ਬਾਣੀ ਲੈ ਲਈਏ, ਚਾਹੇ ਆਪਾਂ ਕਿਸੇ ਹੋਰ ਮਹਾਤਮਾ ਦੀ ਬਾਣੀ ਲੈ ਲਈਏ, ਹਰੇਕ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਬਾਰੇ ਇਸ਼ਾਰਾ ਕੀਤਾ ਕਿ ਵੀ ਸਾਂਝ ਪਾਉਣ ਦੇ ਲਈ ਉਸ ਦੇ ਗੁਣਾਂ ਨੂੰ ਜਿਹੜਾ ਉਹ ਧਾਰਨ ਕਰਨਾ ਪਵੇਗਾ। ਗੁਣਾਂ ਨੂੰ ਧਾਰਨ ਨਹੀਂ ਕੀਤਾ ਤੇ ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ, ਬਾਹਰਲੀ ਉਦਾਹਰਨ ਦੇ ਕੇ ਆਪਣੇ ਸਾਹਮਣੇ ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕੀਤਾ ਕਿ ਇੱਕ ਬਾਪ ਹੋਵੇ ਨਾ ਤੇ ਉਸ ਦਾ ਮੰਜਾ ਜਿਹੜਾ ਉਹ ਗਰਮੀ ਦੇ ਵਿੱਚ ਆ, ਤੇ ਮਾਂ-ਬਾਪ ਇਹ ਗੱਲ ਆਖ ਰਿਹਾ ਕਿ ਭਾਈ ਗਰਮੀ ਆ, ਉਸ ਦਾ ਮੰਜਾ ਜਿਹੜਾ ਉਹ ਚੱਕ ਕੇ ਛਾਵੇਂ ਕਰ ਦਿਓ, ਤੇ ਸਾਰਾ ਦਿਨ ਆਪਾਂ ਉਸ ਮੰਜੇ ਦੇ ਚੱਕਰ ਕੱਟੀ ਜਾਈਏ ਲੇਕਿਨ ਉਸ ਦੀ ਗੱਲ ਨੂੰ ਨਾ ਮੰਨੀਏ ਤੇ ਫਿਰ ਆਪਾਂ ਮਾਂ-ਬਾਪ ਨੂੰ ਖੁਸ਼ ਨਹੀਂ ਕਰ ਸਕਦੇ। ਸਾਂਝ ਗੁਰੂ ਨਾਲ ਪਾਉਣੀ। ਗੁਰੂ ਕੀ ਕਹਿੰਦਾ? ਸਭ ਤੋਂ ਪਹਿਲੀ ਚੀਜ਼ ਆਪਾਂ ਨੂੰ ਗੁਰੂ ਇਹ ਦੱਸਦਾ ਕਿ ਵੀ ਉਹ ਮਾਲਕ ਜਿਹੜਾ ਉਹ ਇਸ ਇਨਸਾਨ ਦੇ ਸਰੀਰ ਤੇ ਜਿਹੜਾ ਉਹ ਅੰਦਰ ਆ। ਹੁਣ ਆਪਾਂ ਥੋੜੀ ਜਿਹੀ ਜੇਕਰ ਮਨ ਦੇ ਨਾਲ ਖੁੱਲੇ ਦਿਲ ਨਾਲ ਵਿਚਾਰ ਕਰਕੇ ਦੇਖੀਏ ਕਿ ਆਪਾਂ ਕਦੇ ਆਪਣੇ ਗੁਰੂ ਘਰਾਂ ਦੇ ਵਿੱਚ ਜਾਈਏ ਨਾ, ਆਪਣੇ ਬੱਚਿਆਂ ਦੇ ਆਪਾਂ ਵੈਸੇ ਜਿਸ ਤਰ੍ਹਾਂ ਦੀ ਬਰਥਡੇ ਵਗੈਰਾ ਜਾਂ ਹੋਰ ਕੋਈ ਇਹੋ ਜਿਹਾ ਮੌਕਾ ਹੋਵੇ ਤੇ ਕੇਕ ਲੈ ਕੇ ਜਾਈਏ, ਤੇ ਆਪਾਂ ਨੂੰ ਪਤਾ ਕਿ ਉਥੋਂ ਦੀ ਮੈਨੇਜਮੈਂਟ ਜਿਹੜੀ ਆ ਜਾਂ ਜਿਹੜੇ ਗ੍ਰੰਥੀ ਸਾਹਿਬਾਨ ਆ ਉਹ ਆਪਾਂ ਨੂੰ ਪੁੱਛ ਲੈਂਦੇ ਕਿ ਜੀ ਇਹ ਕੇਕ ਜਿਹੜਾ ਤੁਸੀਂ ਲੈ ਕੇ ਆਏ ਇਹ ਐਗਲੈਸ ਆ। ਕਦੇ ਵਿਚਾਰ ਕੀਤੀ ਇਸ ਤਰ੍ਹਾਂ ਕਿਉਂ? ਇਸ ਕਰਕੇ ਕਿ ਜਿਹੜੀ ਚੀਜ਼ ਉਸ ਕੇਕ ਦੇ ਵਿੱਚ ਮਿਕਸ ਆ ਨਾ, ਉਹ ਉਸ ਗੁਰੂ ਨੂੰ ਜਿਹੜੀ ਉਹ ਪਸੰਦ ਨੇ। ਇਸ ਨੂੰ ਕਹਿੰਦੇ ਗੁਣਾਂ ਨਾਲ ਜਿਹੜੀ ਉਹ ਸਾਂਝ ਪਾਉਣੀ। ਮਨ ਦੇ ਅਧੀਨ ਆ ਕੇ ਆਪਾਂ ਕੀ ਕਰਦੇ? ਇਹ ਇਨਸਾਨ ਸਸਤੇ ਤੋਂ ਸਸਤਾ ਕਹਿ ਲਓ, ਸੌਖੇ ਤੋਂ ਸੌਖਾ ਕਹਿ ਲਓ, ਉਹ ਢੰਗ ਤਰੀਕਾ ਤੇ ਸਾਧਨ ਲੱਭਣ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਕਿ ਵੀ ਉਸ ਗੁਰੂ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਉਹ ਕਾਨੂੰਨ ਜਿਹੜਾ ਉਹ ਲਾਗੂ ਆ, ਤੇ ਉਸ ਗੁਰੂ ਘਰ ਦੀ ਚਾਰ ਦੀਵਾਰੀ ਤੋਂ
ਬਾਹਰ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ, ਜੋ ਮਰਜ਼ੀ ਕਰੀ ਜਾਈਏ, ਜੇਕਰ ਮਨ ਦਾ ਧੋਖਾ ਨਹੀਂ ਤੇ ਫਿਰ ਇਸ ਨੂੰ ਆਪਾਂ ਕੀ ਆਖ ਸਕਦੇ। ਗੁਰੂ ਘਰ ਨੇ ਬਾਣੀ ਅੰਦਰ ਕੀ ਫਰਮਾਇਆ? ਕਹਿੰਦੇ ਜਲ ਥਲ ਮਹੀਲ ਪੂਰੇ। ਆ ਗੁਰੂ ਘਰ ਦੀ ਬਾਣੀ, ਉਸ ਬਾਣੀ ਦੇ ਅੰਦਰ ਇਹ ਚੀਜ਼ ਲਿਖੀ, ਤੇ ਜੇਕਰ ਉਸ ਬਾਣੀ ਨੂੰ ਸਿਰਫ ਆਪਾਂ ਮੱਥਾ ਹੀ ਟੇਕਿਆ ਨਾ ਤੇ ਉਸ ਦੇ ਵਿੱਚ ਜੋ ਲਿਖਿਆ ਉਹ ਆਪਣੀ ਸਮਝ ਵਿੱਚ ਨਹੀਂ ਪਿਆ ਤੇ ਸਾਰੀ ਜ਼ਿੰਦਗੀ ਆਪਾਂ ਗੁਰਪੁਰਬ ਮਨਾਈ ਜਾਈਏ, ਉਸ ਦੀ ਬਾਣੀ ਤੋਂ ਆਪਾਂ ਫਾਇਦਾ ਜਿਹੜਾ ਉਹ ਨਹੀਂ ਉਠਾ ਸਕਦੇ। ਕੀ ਫਰਮਾਇਆ ਬਾਣੀ ਅੰਦਰ? ਕਹਿੰਦੇ ਜਲ ਥਲ ਮਹੀਲ ਪੂਰਿਆ, ਰਵੇ ਆ ਵਿੱਚ ਬਣਾ, ਸੋ ਪ੍ਰਭ ਚੇਤਨਾ ਅਵਈ, ਕਿਤੜਾ ਦੁੱਖ ਕਣਾ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਉਸ ਦੇ ਪ੍ਰਤੀ ਆਪਾਂ ਨੂੰ ਇਸ਼ਾਰਾ ਕੀਤਾ। ਇਸ ਤੋਂ ਅੱਗੇ ਚੱਲ ਕੇ ਮਹਾਤਮਾ ਆਪਾਂ ਨੂੰ ਕੀ ਦੱਸਦੇ ਕਿ ਉਸ ਮਾਲਕ ਦੀ ਬੰਦਗੀ ਕਰਨ ਦਾ ਢੰਗ। ਜੇਕਰ ਬੰਦਗੀ ਜੋ ਉਸਨੇ ਲਿਖੀ ਆ ਨਾ, ਉਸ ਨੂੰ ਆਪਾਂ ਸਮਝੇ ਹੀ ਨਹੀਂ ਤੇ ਫਿਰ ਉਸ ਦੇ ਗੁਣਾਂ ਨਾਲ ਆਪਾਂ ਸਮਝ ਕਿਸ ਤਰ੍ਹਾਂ ਪਾ ਸਕਦੇ? ਨਹੀਂ ਪਵੇਗੀ। ਭਗਵਾਨ ਵਾਲਮੀਕ ਜੀ ਦੀ ਬਾਣੀ ਚੋਂ ਆਪਾਂ ਇੱਕ ਰੈਫਰੈਂਸ ਜਿਹੜਾ ਉਹ ਇਸ ਦੇ ਪ੍ਰਤੀ ਲਵਾਂਗੇ, ਕਿਉਂਕਿ ਆਪਾਂ ਉਹਨਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਆ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਪ੍ਰੋਗਰਾਮ ਦੇਖ ਰਹੀ ਆ ਨਾ, ਆਪਾਂ ਉਹਨਾਂ ਦੇ ਨਾਲ ਉਸ ਦੀ ਬਾਣੀ ਅਨੁਸਾਰ ਜਿਹੜੀ ਉਹ ਗੱਲ ਕਰ ਰਹੇ। ਭਗਵਾਨ ਵਾਲਮੀਕ ਜੀ ਨੇ ਨਿਰਵਾਣ ਪ੍ਰਕਰਨ ਸਰਗ 37 ਜਿਹੜੇ ਕਿ ਪੇਜ ਜਿਹੜਾ ਉਹ 83 ਦੇ ਉੱਪਰ ਜਿਹੜਾ ਉਹ ਵਰਣਨ ਕੀਤਾ। ਆਪਾਂ ਵਿਚਾਰ ਕਰ ਰਹੇ ਹਾਂ ਉਸ ਦੀ ਕਹੀ ਹੋਈ ਗੱਲ ਜਿਹੜੀ ਉਸ ਨੂੰ ਮੰਨਣ ਦੇ ਲਈ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸਪਸ਼ਟ ਫੈਸਲਾ ਕੀਤਾ ਜੀ। ਕਹਿੰਦੇ ਉਹ ਪ੍ਰਮਾਤਮਾ ਸਦਾ ਅਨੁਭਵ ਤੋਂ ਪ੍ਰਾਪਤ ਹੁੰਦਾ। ਅਨੁਭਵ ਦੀ ਗੱਲ ਭਗਵਾਨ ਵਾਲਮੀਕ ਜੀ ਨੇ ਦੱਸੀ। ਆਪਾਂ ਗੁਰੂ ਘਰਾਂ ਦੇ ਵਿੱਚ ਗਏ, ਕਦੇ ਅਨੁਭਵ ਦੀ ਗੱਲ ਜਿਹੜੀ ਉਹ ਸੁਣੀ ਨਹੀਂ, ਲੇਕਿਨ ਭਗਵਾਨ ਵਾਲਮੀਕ ਜੀ ਕਹਿੰਦੇ ਉਹ ਅਨੁਭਵ ਤੋਂ ਪ੍ਰਾਪਤ ਹੋਵੇਗਾ। ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਅੰਦਰ ਇਸ ਅਨੁਭਵ ਦੀ ਗੱਲ ਜਿਹੜੀ ਉਹ ਕੀਤੀ, ਜਿਹੜੀ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਵਿੱਚ ਲਿਖੀ। ਸ਼ੇਖ ਫਰੀਦ ਜੀ ਕਹਿੰਦੇ ਫਰੀਦਾ ਸ਼ੱਕਰ ਖੰਡ ਨਬਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰਬ ਨਾ ਪੂਜਣ ਤੁਧ। ਇਸ ਨੂੰ ਕਹਿੰਦੇ ਜੀ ਅਨੁਭਵ। ਕਹਿੰਦੇ ਸ਼ੇਖ ਫਰੀਦ ਜੀ ਜੇਕਰ ਕੋਈ ਇਨਸਾਨ ਮੈਨੂੰ ਇਹ ਗੱਲ ਪੁੱਛੇ ਕਿ ਵੀ ਉਸ ਮਾਲਕ ਦੇ ਅਨੁਭਵ ਦੀ ਗੱਲ ਦੱਸੋ ਤੇ ਫਿਰ ਮੈਂ ਕੀ ਬਿਆਨ ਕਰ ਸਕਦਾ। ਕਹਿੰਦੇ ਸ਼ੱਕਰ ਮਿੱਠੀ, ਖੰਡ ਮਿੱਠੀ, ਨਬਾਤ ਕਹਿੰਦੇ ਮਿਸਰੀ ਵੀ ਮਿੱਠੀ, ਸ਼ੱਕਰ ਖੰਡ ਨਬਾਤ ਗੁੜ ਕਹਿੰਦੇ ਗੁੜ ਵੀ ਮਿੱਠਾ, ਮਾਖਿਓ ਮੱਝਾ ਦੁੱਧ, ਮਾਖਿਓ ਤੋਂ ਭਾਵ ਸ਼ਹਿਦ ਵੀ ਮਿੱਠਾ ਤੇ ਮੱਝ ਦਾ ਦੁੱਧ ਵੀ ਮਿੱਠਾ। ਸਾਰੀਆਂ ਦੁਨੀਆ ਦੀਆਂ ਵਸਤਾਂ ਆ ਗਈਆਂ, ਲੇਕਿਨ ਜੇਕਰ ਕਹਿੰਦੇ ਰੱਬ ਦੇ ਘਰ ਦੀ ਮੈਨੂੰ ਗੱਲ ਪੁੱਛਦੇ ਹੋ ਤੇ ਉਹ ਕਹਿੰਦੇ ਅਨੁਭਵ ਤੋਂ ਬਗੈਰ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕਦੀ। ਭਗਵਾਨ ਵਾਲਮੀਕ ਜੀ ਨੇ ਇੱਥੇ ਉਸ ਅਨੁਭਵ ਨੂੰ ਜਿਹੜਾ ਉਹ ਗੱਲ ਕੀਤੀ। ਦੂਸਰੇ ਕੜੀ ਦੇ ਵਿੱਚ ਇਸੇ ਸ਼ਬਦ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਉਸ ਮਾਲਕ ਦੀ ਪੂਜਾ ਜਿਹੜੀ ਉਹ ਦੀਵੇ ਜਗਾਉਣ ਨਾਲ ਨਹੀਂ ਹੁੰਦੀ। ਤੀਸਰੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਨਾ ਧੂਪ, ਫੁੱਲ, ਚੰਦਨ ਦਾ ਲੇਪ ਅਤੇ ਕੇਸਰ ਨਾਲ ਹੀ ਹੁੰਦੀ ਹੈ। ਹੁਣ ਸਵਾਲ ਇਸ ਚੀਜ਼ ਦਾ, ਗੁਰੂ ਕਹਿੰਦਾ ਇਸ ਚੀਜ਼ ਨੂੰ ਅਪਣਾ ਲਓ, ਉਸ ਮਾਲਕ ਦੀ ਆ ਪੂਜਾ ਜਿਹੜੀ ਉਹ ਨਹੀਂ ਹੈਗੀ ਤੇ ਅਸੀਂ ਉਸ ਪੂਜਾ ਨੂੰ ਅਪਣਾ ਲਿਆ ਤੇ ਫਿਰ ਆਪਾਂ ਉਸ ਦੇ ਗੁਣਾਂ ਦੇ ਨਾਲ ਸਾਂਝ ਨਹੀਂ ਪਾਈ। ਗੁਰੂ ਕਹਿੰਦਾ ਇਸ ਚੀਜ਼ ਚੋਂ ਨਹੀਂ ਮਿਲੇਗਾ। ਅਸੀਂ ਕਹਿੰਨੇ ਵੀ ਦੁਨੀਆ ਦੇ ਲੋਕ ਅਸੀਂ ਉਸ ਚੀਜ਼ ਚੋਂ ਪ੍ਰਾਪਤ ਕਰ ਲੈਣਾ ਤੇ ਫਿਰ ਆਪਾਂ ਗੁਰੂ ਦੇ ਜਿਹੜੇ ਗੁਣ ਆ ਨਾ ਉਹਨਾਂ ਦੇ ਨਾਲ ਸਾਂਝ ਨਹੀਂ ਪਾਈ। ਤੀਸਰੀ ਕੜੀ ਦੇ ਵਿੱਚ ਭਗਵਾਨ ਵਾਲਮੀਕੀ ਨੇ ਅੱਗੇ ਚੱਲ ਕੇ ਕੀ ਫਰਮਾਇਆ? ਕਹਿੰਦੇ ਉਸ ਦੇਵ ਦਾ ਪੂਜਨ, ਕਹਿੰਦੇ ਆਤਮ ਦੇਵ ਦਾ ਧਿਆਨ ਕਰਨਾ ਹੀ ਉਸ ਦਾ ਪੂਜਨ ਜਿਹੜਾ ਉਹ ਆਖਿਆ ਜਾ ਸਕਦਾ। ਕਹਿੰਦੇ ਧੂਪ, ਦੀਪ ਤੇ ਪੂਜਾ ਦੀ ਸਾਰੀ ਸਮਗਰੀ ਇਹੀ ਆ। ਕਿਹੜੀ? ਕਹਿੰਦੇ ਆਤਮ ਦੇਵ ਦਾ ਜਿਹੜਾ ਧਿਆਨ। ਕਹਿੰਦੇ ਧਿਆਨ ਹੀ ਉਸ ਦੇਵ ਨੂੰ ਪ੍ਰਸੰਨ ਕਰਦਾ ਅਤੇ ਉਸ ਤੋਂ ਪਰਮਾਨੰਦ ਜਿਹੜਾ ਉਹ ਹਾਸਲ ਹੁੰਦਾ। ਲਾਸਟ ਵਿੱਚ ਅਖੀਰਲੀ ਕੜੀ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ, ਕਹਿੰਦੇ ਹੋਰ ਕਿਸੇ ਤਰੀਕੇ ਦੇ ਨਾਲ ਉਹ ਦੇਵ ਨਹੀਂ ਮਿਲਦਾ। ਕਹਿੰਦੇ ਉਹ ਪਰਮਾਤਮਾ ਜਿਹੜਾ ਕਹਿੰਦੇ ਹੋਰ ਕਿਸੇ ਤਰੀਕੇ ਨਾਲ ਨਹੀਂ ਮਿਲੇਗਾ। ਜਦੋਂ ਬਾਣੀ ਦੀ ਸਮਝ ਆ ਗਈ ਤੇ ਫਿਰ ਆਪਾਂ ਆਖ ਸਕਦੇ ਕਿ ਬਈ ਆਪਾਂ ਉਸ ਦੇ ਗੁਰਪੁਰਬ ਜਿਹੜਾ
ਉਸ ਤੋਂ ਫਾਇਦਾ ਜਿਹੜਾ ਉਹ ਉਠਾ ਸਕਦੇ। ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰ ਲਈਏ ਕਿ ਆਪਾਂ ਬਾਣੀ ਨੂੰ ਮੱਥਾ ਕਿਉਂ ਟੇਕਦੇ। ਇਸ ਕਰਕੇ ਟੇਕਦੇ ਕਿ ਉਸ ਬਾਣੀ ਦੇ ਅੰਦਰ ਜਿਹੜੀ ਚੀਜ਼ ਲਿਖੀ ਆ ਨਾ, ਉਹ ਸਾਨੂੰ ਜਿਹੜੀ ਉਹ ਪ੍ਰਵਾਨ ਆ। ਤੇ ਜੇਕਰ ਬਈ ਆਪਾਂ ਨੂੰ ਉਹ ਚੀਜ਼ ਪ੍ਰਵਾਨ ਹੀ ਨਹੀਂ, ਤੇ ਫਿਰ ਆਪਾਂ ਉਸ ਦੇ ਗੁਣਾਂ ਦੇ ਨਾਲ ਜਿਹੜੀ ਉਹ ਸਾਂਝ ਪਾਉਣੀ ਨਹੀਂ ਆਖ ਸਕਦੇ। ਆ ਭਗਵਾਨ ਵਾਲਮੀਕ ਜੀ ਨੇ ਕੋਈ 6 ਸਰਗ ਜਿਹੜੇ ਆ ਉਹ ਇਸੇ ਚੀਜ਼ ਦੇ ਉੱਪਰ ਲਿਖੇ, ਕਿਉਂਕਿ ਆਪਾਂ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਗੱਲ ਕਰ ਰਹੇ ਹਾਂ। ਦੁਨੀਆ ਭਰ ਦੇ ਵਿੱਚ ਕਾਂਸ਼ੀ ਟੈਲੀਵਿਜ਼ਨ ਦੇ ਮੀਡੀਆ ਦੇ ਅਨੁਸਾਰ ਤੇ ਆਪਾਂ ਕੋਈ 1 ਜਾਂ 2 ਰੈਫਰੈਂਸ ਜਿਹੜੇ ਉਸ ਦੇ ਗੁਣਾਂ ਨਾਲ ਸਾਂਝ ਪਾਉਣ ਦੀ ਗੱਲ ਜਿਹੜੀ ਆ ਉਹ ਆਪਾਂ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਲਵਾਂਗੇ। ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਆ ਅੰਮ੍ਰਿਤ ਬਾਣੀ ਜਿਸ ਨੂੰ ਆਪਾਂ ਮੱਥਾ ਟੇਕਦੇ। ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਜਿਸ ਨੂੰ ਆਪਾਂ ਮੱਥਾ ਟੇਕਦੇ, ਇਸੇ ਤਰ੍ਹਾਂ ਗੁਰੂ ਘਰ ਦੀ ਬਾਣੀ ਜਿਸ ਨੂੰ ਆਪਾਂ ਮੱਥਾ ਟੇਕਦੇ। ਹਰੇਕ ਦੇ ਵਿੱਚ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਲਿਖੀ ਹੋਈ ਮਿਲੇਗੀ। ਜਿਹੜੀ ਚੀਜ਼ ਉਸ ਨੂੰ ਪਸੰਦ ਨਹੀਂ ਉਸ ਨੂੰ ਛੱਡਣਾ ਪਵੇਗਾ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ ਆਪਣੀ ਬਾਣੀ ਦੇ ਅੰਦਰ, ਕਹਿੰਦੇ ਆਪਣਾ ਘੀ ਵਕਟਾਈ ਏ ਜੋ ਮਾਸ ਪਰਾਇਆ ਖਾਏ, ਰਵਿਦਾਸ ਮਾਸ ਜੋ ਖਾਦ ਹੈ ਤੇ ਨਰ ਨਰਕੇ ਜਾਏ। ਆਪਾਂ ਉਸ ਦੇ ਗੁਣਾਂ ਦੀ ਗੱਲ ਕਰ ਰਹੇ ਹਾਂ, ਆਪਾਂ ਉਸ ਦੀ ਵਿਚਾਰਧਾਰਾ ਦੀ ਗੱਲ ਕਰ ਰਹੇ ਹਾਂ। ਮਨ ਦੇ ਅਧੀਨ ਆ ਕੇ ਗੁਰੂ ਘਰ ਦੇ ਅੰਦਰ ਜਿਹੜੇ ਹੋਰ ਕਾਨੂੰਨ ਕਿਸ ਨੇ ਬਣਾਏ, ਇਸ ਇਨਸਾਨ ਨੇ ਬਣਾਏ। ਸਤਿਗੁਰੂ ਰਵਿਦਾਸ ਜੀ ਨੇ ਕਿਤੇ ਨਹੀਂ ਲਿਖਿਆ ਇਸ ਚੀਜ਼ ਦੇ ਬਾਰੇ, ਜਾਂ ਭਗਵਾਨ ਵਾਲਮੀਕ ਜੀ ਨੇ ਕਿਤੇ ਇਸ ਚੀਜ਼ ਦਾ ਵਰਣਨ ਨਹੀਂ ਕੀਤਾ ਕਿ ਵੀ ਉਸ ਗੁਰੂ ਘਰ ਦੇ ਵਿੱਚ ਤੇ ਕੋਈ ਹੋਰ ਕਾਨੂੰਨ ਆ ਤੇ ਉਸ ਗੁਰੂ ਘਰ ਤੋਂ ਜਿਹੜੇ ਉਹ ਬਾਹਰ ਜਿਹੜੇ ਉਹ ਕੋਈ ਹੋਰ ਕਾਨੂੰਨ। ਇਸ ਤੋਂ ਅੱਗੇ ਇੱਕ ਰੈਫਰੈਂਸ ਆਪਾਂ ਹੋਰ ਲਵਾਂਗੇ। ਸਤਿਗੁਰੂ ਰਵਿਦਾਸ ਜੀ ਨੇ ਲਿਖਿਆ, ਕਹਿੰਦੇ ਦਇਆ ਭਾਵ ਹਿਰਦੇ ਨਹੀਂ, ਭਖੇ ਪਰਾਇਆ ਮਾਸ ਤੇ ਨਰ ਨਰਕ ਮੇ ਜਾਹੇਂਗੇ, ਸਤ ਭਖੇ ਰਵਿਦਾਸ। ਕਹਿੰਦੇ ਮੈਂ ਸੱਚੀ ਗੱਲ ਦੱਸ ਰਿਹਾ। ਸਤਿਗੁਰੂ ਰਵਿਦਾਸ ਜੀ ਕਹਿੰਦੇ ਭਗਵਾਨ ਵਾਲਮੀਕ ਜੀ ਨੇ ਉਸ ਚੀਜ਼ ਨੂੰ ਤ੍ਰੇਤਾ ਯੁੱਗ ਦੇ ਅੰਦਰ ਵਰਣਨ ਕੀਤਾ ਤੇ ਆਪਣੀ ਬਾਣੀ ਜਿਹੜੀ ਉਸ ਦੇ ਅੰਦਰ ਜਿਹੜਾ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਅਵਗੁਣਾਂ ਦੀ ਆਪਾਂ ਗੱਲ ਕਰ ਰਹੇ, ਉਹਨਾਂ ਅਵਗੁਣਾਂ ਨੂੰ ਛੱਡਣ ਦੀ ਗੱਲ ਕਰ ਰਹੇ। ਜਿਸ ਤਰ੍ਹਾਂ ਭੈਣ ਜੀ ਜ਼ਿਕਰ ਕਰ ਗਏ ਕਿ ਵੀ ਉਸ ਦੇ ਗੁਣਾਂ ਨਾਲ ਸਾਂਝ ਪਾਉਣ ਦੀ ਆਪਾਂ ਗੱਲ ਕਰ ਰਹੇ। 2 ਚੀਜ਼ਾਂ ਪਰਮਾਰਥ ਦੇ ਅੰਦਰ ਜਿਹੜੀਆਂ ਸਭ ਤੋਂ ਵੱਧ ਰੁਕਾਵਟ, ਕਿਉਂਕਿ ਆਪਣੇ ਧਾਰਮਿਕ ਗ੍ਰੰਥਾਂ ਦੇ ਅੰਦਰ ਉਹਨਾਂ ਨੇ ਉਸ ਦਾ ਜਿਹੜਾ ਉਹ ਜ਼ਿਕਰ ਕੀਤਾ। ਦੂਸਰੀ ਚੀਜ਼ ਸ਼ਰਾਬ ਦੀ ਆਪਾਂ ਗੱਲ ਕਰ ਲਈਏ, ਗੁਰੂ ਘਰ ਵਿੱਚ ਤੇ ਉਸ ਦੀ ਮਨਾਹੀ, ਤੇ ਗੁਰੂ ਘਰ ਦੇ ਦਰਵਾਜ਼ੇ ਤੋਂ ਬਾਅਦ ਕਹਿੰਦੇ ਜੀ ਜੋ ਮਰਜ਼ੀ ਕਰੀ ਜਾਓ, ਕਦੇ ਗੱਲ ਜਿਹੜੀ ਉਹ ਮੰਨਣ ਵਿੱਚ ਨਹੀਂ ਆ ਸਕਦੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਔਗਣ ਕਹੂੰ ਸ਼ਰਾਬ ਕਾ ਗਿਆਨਵੰਤ ਸੁਣ ਲੈ, ਮਾਨਸ ਸੇ ਪਸ਼ੂ ਕਰੇ ਦਰਬੇ ਕਾਟ ਕੋ ਦੇ। ਕਹਿੰਦੇ ਮਨੁੱਖ ਸੀ, ਕਹਿੰਦੇ ਪਸ਼ੂ ਬਣ ਗਿਆ। ਕਿਸ ਨੇ ਲਿਖਿਆ? ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਲਿਖਿਆ। ਸਤਿਗੁਰੂ ਰਵਿਦਾਸ ਜੀ ਕਹਿੰਦੇ ਭਈ ਜੇਕਰ ਇਸ ਨੂੰ ਗੰਗਾ ਜਲ ਵਿੱਚ ਪਾ ਕੇ ਵੀ ਕੱਢ ਦਿੱਤਾ ਜਾਵੇ ਨਾ, ਤੇ ਫਿਰ ਇਹ ਪਵਿੱਤਰ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਹੈਗਾ ਉਹਨਾਂ ਦਾ, ਸੁਰਸਰੀ ਸਰਲ ਕਿਰਤ ਬਰੂਨੀ ਰੇ ਸੰਤ ਜਨ ਕਰਤਨ ਨਹੀਂ ਪਾ। ਇਸ ਕਰਕੇ ਉਹਨਾਂ ਦੇ ਗੁਣਾਂ ਨਾਲ ਸਾਂਝ ਪਾਉਣ ਦੀ ਗੱਲ ਆਪਾਂ ਆਖ ਲਈਏ। ਅੱਜ ਜਿਸ ਤਰ੍ਹਾਂ ਆਪਾਂ ਸਮੁੰਦਰ ਨੂੰ ਰਿੜਕਣ ਦੀ ਗੱਲ ਕੀਤੀ ਹੈ ਨਾ, ਤੇ ਉਸ ਦੇ ਵਿੱਚੋਂ ਵੀ ਦੱਸਦੇ ਕਿ ਇਹ ਜਿਹੜੇ ਉਹ ਅੰਮ੍ਰਿਤ ਤੇ ਜਿਹੜਾ ਵਿਸ਼ ਆ ਉਸ ਦੀ ਗੱਲ ਕਰਦੇ, ਜਾਂ ਜਿਹੜਾ ਉਹ ਸ਼ਰਾਬ ਉਸ ਦੀ ਗੱਲ ਕਰਦੇ। ਮੋਹਣੀ ਦੇਵੀ ਨੂੰ ਪ੍ਰਗਟ ਕਰਨ ਦੀ ਗੱਲ ਜਿਹੜੀ ਵਿਸ਼ਨੂੰ ਭਗਵਾਨ ਨੇ ਕੀਤੀ, ਤੇ ਦੈਂਤਾਂ ਨੂੰ ਉਹ ਸ਼ਰਾਬ ਪਿਲਾਉਣ ਦੀ ਗੱਲ ਕੀਤੀ, ਕਿਉਂਕਿ ਉਹਨਾਂ ਦੀ ਜਿਹੜੀ ਮਦ ਹੋਸ਼ੀ ਕਹਿ ਲਈਏ, ਮਤ ਜਿਹੜੀ ਉਸ ਨੂੰ ਮਾਰਨ ਦੀ ਆਪਾਂ ਗੱਲ ਕਰ ਲਈਏ। ਇਹ ਵੀ ਜਿਹੜੇ ਪ੍ਰਾਣ ਆ ਨਾ, ਆ ਖਾਸ ਕਰਕੇ ਸਕੰਦ ਪ੍ਰਾਣ ਤੇ ਸ਼੍ਰੀਮਦ ਭਗਵਤ ਪ੍ਰਾਣ ਜਿਹੜਾ ਉਸ ਦੇ ਅੰਦਰ ਇਸ ਸਮੁੰਦਰ ਨੂੰ ਰਿੜਕਣ ਦੀ ਗੱਲ ਜਿਹੜੀ ਉਹ ਮਹਾਤਮਾ ਨੇ ਲਿਖੀ। ਇਸ ਕਰਕੇ ਮਹਾਤਮਾ ਆਪਾਂ ਨੂੰ ਕੀ ਇਸ਼ਾਰਾ ਕਰਦੇ ਕਿ ਬਈ ਜਿੰਨਾ ਚਿਰ ਇਹ ਇਨਸਾਨ ਉਸ ਦੇ ਗੁਣਾਂ ਨੂੰ ਧਾਰਨ ਨਹੀਂ ਕਰੇਗਾ, ਜਿਤਨਾ ਅਰਸਾ ਇਹ ਇਨਸਾਨ ਬਾਣੀ ਕੀ ਕਹਿੰਦੀ ਉਸ ਨੂੰ ਮੰਨਣ ਵਿੱਚ ਲੈ ਕੇ ਨਹੀਂ ਆਵੇਗਾ, ਤੇ ਫਿਰ ਇਹ ਇਨਸਾਨ ਉਸ ਦੇ ਪ੍ਰਗਟ ਦਿਵਸ ਜਾਂ ਉਸ ਦੇ ਪ੍ਰਕਾਸ਼ ਉਤਸਵ ਤੋਂ ਜਿਹੜਾ ਉਹ ਫਾਇਦਾ ਨਹੀਂ ਉਠਾ ਸਕੇਗਾ। ਇਸ ਕਰਕੇ ਬਾਣੀ ਦੇ ਆਸ਼ੇ ਅਨੁਸਾਰ ਕਹਿ ਲਈਏ, ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਆਪਾਂ ਗੱਲ ਕਰ ਲਈਏ। ਭਗਵਾਨ ਵਾਲਮੀਕ ਜੀ ਨੇ ਬਹੁਤ ਜਗ੍ਹਾ ਤੇ ਆਪਣੀ ਬਾਣੀ ਦੇ
ਅੰਦਰ ਇਸ ਚੀਜ਼ ਦਾ ਜ਼ਿਕਰ ਕੀਤਾ, ਉਸ ਮਾਲਕ ਦੀ ਭਗਤੀ ਦੇ ਪ੍ਰਤੀ, ਉਸ ਮਾਲਕ ਦੇ ਗੁਣਾਂ ਦੇ ਪ੍ਰਤੀ, ਸਹਿਨਸ਼ੀਲਤਾ ਦੇ ਪ੍ਰਤੀ। ਜਿਸ ਤਰ੍ਹਾਂ ਆਪਾਂ ਵਿਰਾਗ ਦੀ ਗੱਲ ਕਰ ਲਈਏ, ਵਿਰਾਗ ਦੇ ਪ੍ਰਤੀ ਉਹਨਾਂ ਨੇ ਗੱਲ ਕੀਤੀ, ਤੇ ਖਾਸ ਕਰਕੇ ਉਹਨਾਂ ਨੇ ਸਾਧੂ ਸੰਗਤ ਦੀ ਗੱਲ ਜਿਹੜੀ ਆਪਣੀ ਬਾਣੀ ਦੇ ਅੰਦਰ ਕੀਤੀ। ਭਾਵ ਕਿ ਇਸ ਇਨਸਾਨ ਨੂੰ ਜਦੋਂ ਵੀ ਰਸਤਾ ਮਿਲੇਗਾ, ਜਦੋਂ ਵੀ ਇਹ ਇਨਸਾਨ ਉਸ ਨਾਲ ਮਾਲਕ ਨਾਲ ਮਿਲਾਪ ਕਰ ਸਕੇਗਾ, ਤੇ ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ ਕਿ ਬਈ ਦੁਨੀਆ ਦਾ ਜਪ ਕਰ ਲਓ, ਤਪ ਕਰ ਲਓ, ਪੂਜਾ ਕਰ ਲਓ, ਪਾਠ ਕਰ ਲਓ, ਲੇਕਿਨ ਉਸ ਮਾਲਕ ਦੇ ਘਰ ਤੱਕ ਜਿਹੜਾ ਇਹ ਇਨਸਾਨ ਨਹੀਂ ਪਹੁੰਚ ਸਕਦਾ। ਇਸ ਕਰਕੇ ਉਸ ਦੇ ਗੁਣਾਂ ਦੇ ਨਾਲ ਸਾਂਝ ਪਾਉਣ ਦੀ ਆਪਾਂ ਗੱਲ ਕਰ ਰਹੇ, ਉਸ ਦੇ ਵਿਚਾਰਾਂ ਦੇ ਨਾਲ ਸਾਂਝ ਪਾਉਣ ਦੀ ਆਪਾਂ ਗੱਲ ਕਰ ਰਹੇ ਕਿ ਵੀ ਇਸ ਇਨਸਾਨ ਦਾ ਜਨਮ ਜਿਹੜਾ ਉਸ ਸਮੇਂ ਸਫਲ ਆਖਿਆ ਜਾ ਸਕਦਾ, ਉਸ ਸਮੇਂ ਇਹ ਇਨਸਾਨ ਉਸ ਮਾਲਕ ਦੇ ਨਾਲ ਮਿਲਾਪ ਕਰ ਸਕਦਾ ਜਦੋਂ ਇਹ ਇਨਸਾਨ ਉਸ ਮਾਲਕ ਦੀ ਜਿਹੜੀ ਬੰਦਗੀ ਕਹਿ ਲਓ, ਉਸ ਦੀ ਭਗਤੀ ਕਹਿ ਲਓ, ਉਸ ਨੂੰ ਮੰਨਣ ਵਿੱਚ ਜਿਹੜਾ ਉਹ ਲੈ ਕੇ ਆਵੇਗਾ। ਇੱਥੇ ਹੀ ਬਸ ਨਹੀਂ, ਜੇਕਰ ਆਪਾਂ ਗੁਰੂ ਘਰ ਦੀ ਬਾਣੀ ਦੇ ਉੱਪਰ ਵੀ ਵਿਚਾਰ ਕਰਕੇ ਵੇਖੀਏ, ਉਹਨਾਂ ਨੇ ਵੀ ਆਪਣੇ ਸਮੇਂ ਦੇ ਅੰਦਰ ਖਾਸ ਕਰਕੇ, ਕਿਉਂਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਮੁਸਲਮਾਨ ਘਰਾਣੇ ਵਿੱਚ ਸਨ, ਉਹਨਾਂ ਨੇ ਮੁਸਲਮਾਨ ਧਰਮ ਦੇ ਅੰਦਰ ਜਿਹੜੇ ਉਸ ਸਮੇਂ ਦੇ ਵਿਚਾਰ ਸਨ ਉਹਨਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਹੜੀ ਚੀਜ਼ ਵਰਣਨ ਕੀਤੀ, ਕਿਉਂਕਿ ਸੰਤਾਂ ਭਗਤਾਂ ਦੀ ਚਾਲ ਨਿਰਾਲੀ, ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ, ਇਸੇ ਕਰਕੇ ਨਿਰਾਲੀ ਆ ਕਿਉਂਕਿ ਉਹਨਾਂ ਦਾ ਰਸਤਾ ਵੱਖਰਾ ਤੇ ਦੁਨੀਆਦਾਰਾਂ ਦਾ ਰਸਤਾ ਜਿਹੜਾ ਉਹ ਵੱਖਰਾ। ਇਸ ਕਰਕੇ ਬੜਾ ਜ਼ਰੂਰੀ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਉਣ ਤੋਂ ਭਾਵ ਉਹਨਾਂ ਦੀ ਬਾਣੀ ਜਿਹੜੀ ਉਸ ਨੂੰ ਮੰਨਣ ਵਿੱਚ ਲੈ ਕੇ ਆਉਣੀ। ਗੁਰਮੁਖ ਪਿਆਰਿਓ, ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਸਰਬ ਸਾਂਝਾ ਉਪਦੇਸ਼ ਦਿੱਤਾ। ਭਾਵ ਉਹਨਾਂ ਦੀ ਬਾਣੀ ਸਾਰੀ ਮਨੁੱਖਤਾ ਵਾਸਤੇ ਆਖੀ ਜਾ ਸਕਦੀ। ਪਰ ਫਿਰ ਵੀ ਆਪਾਂ ਦੇਖ ਰਹੇ ਹਾਂ ਕਿ ਮੀਡੀਆ ਰਾਹੀਂ ਜਾਂ ਫਿਰ ਪੇਪਰਾਂ ਵਿੱਚ ਵੀ ਜੋ ਆਰਟੀਕਲ ਗੁਰਪੁਰਬ ਦੇ ਸੰਬੰਧ ਵਿੱਚ ਲਿਖੇ ਹੋਏ ਮਿਲਦੇ ਹਨ, ਜ਼ਿਆਦਾਤਰ ਇਸ ਤਰ੍ਹਾਂ ਦਾ ਲਿਖਿਆ ਹੋਇਆ ਮਿਲਦਾ ਹੈ। ਭਗਵਾਨ ਵਾਲਮੀਕ ਜੀ ਦੇ ਗੁਰਪੁਰਬ ਦੀ ਸਾਰੇ ਵਾਲਮੀਕੀ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ। ਜੇਕਰ ਕਿਸੇ ਨੇ ਵੀ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਤਾਂ ਮੈਂ ਉਹਨਾਂ ਪਾਸੋਂ ਮਾਫੀ ਮੰਗ ਲਵਾਂ, ਪਰ 75% ਤੋਂ ਵੱਧ ਨੇ ਭਗਵਾਨ ਵਾਲਮੀਕ ਜੀ ਨੂੰ ਸਿਰਫ ਵਾਲਮੀਕੀ ਪਰਿਵਾਰ ਵਿੱਚ ਪੈਦਾ ਹੋਣ ਵਾਲਿਆਂ ਲਈ ਹੀ ਆਖਿਆ। ਗੁਰਮੁਖ ਪਿਆਰਿਓ, ਜਿਹੜੇ ਇਨਸਾਨ ਮਨ ਦੀ ਗੁਲਾਮੀ ਵਿੱਚ ਦਿਨ ਰਾਤ ਬਤੀਤ ਕਰ ਰਹੇ ਹਨ, ਉਹ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਹੀ ਦੁਨੀਆ ਦੇ ਸਾਹਮਣੇ ਰੱਖਣਗੇ। ਮੈਂ ਫਿਰ ਦੁਹਰਾ ਦੇਵਾਂ, ਮਨ ਦੀ ਗੁਲਾਮੀ, ਕ੍ਰੋਧ ਦੀ ਗੁਲਾਮੀ, ਲੋਭ ਦੀ ਗੁਲਾਮੀ, ਵਾਸਨਾ ਦੀ ਗੁਲਾਮੀ, ਹਿੰਸਾ ਦੀ ਗੁਲਾਮੀ, ਇਹਨਾਂ ਸਾਰੇ ਫੁਰਨਿਆਂ ਨੂੰ ਇਕੱਠਾ ਕਰੀਏ ਤਾਂ ਬਣਦਾ ਹੈ ਮਨ। ਤੇ ਮਨ ਦੀ ਗੁਲਾਮੀ ਤੋਂ ਭਾਵ ਹੈ ਔਗਣਾਂ ਦੀ ਗੁਲਾਮੀ। ਗੁਰਮੁਖ ਪਿਆਰਿਓ, ਗੁਰੂ ਘਰਾਂ ਵਿੱਚ ਆਪਣੇ ਆਪਣੇ ਧਰਮ ਦੇ ਅਦਾਰਿਆਂ ਵਿੱਚ ਗ੍ਰੰਥਾਂ ਦਾ ਪਾਠ ਹੋ ਰਿਹਾ, ਪਰ ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆਈ ਜਾਪਦੀ। ਦੂਸਰੇ ਲਫ਼ਜ਼ਾਂ ਵਿੱਚ ਆਪਾਂ ਆਖ ਲਈਏ ਕਿ ਆਚਾਰ ਅਤੇ ਵਿਵਹਾਰ ਵਿੱਚ ਤਾਲਮੇਲ ਪੈਦਾ ਨਹੀਂ ਹੋ ਸਕਿਆ। ਤਾਲਮੇਲ ਉਸ ਸਮੇਂ ਪੈਦਾ ਹੋਵੇਗਾ ਜਦੋਂ ਇਹ ਇਨਸਾਨ ਗੁਰੂ ਦੀ ਮੱਤ ਉੱਪਰ ਚੱਲਣ ਦੀ ਕੋਸ਼ਿਸ਼ ਕਰੇਗਾ। ਆਪਾਂ ਆਖ ਸਕਦੇ ਹਾਂ ਕਿ ਜਦੋਂ ਵਿਚਾਰ ਅਤੇ ਆਚਾਰ ਇੱਕ ਹੋ ਜਾਣ ਤਾਂ ਇਸ ਇਨਸਾਨ ਦੀ ਅਮਲੀ ਰੂਪ ਪ੍ਰਗਟ ਹੋ ਜਾਂਦਾ। ਸਾਲ ਦੇ ਵਿੱਚ ਇੱਕ ਦਿਨ ਆਪਣੇ ਆਪਣੇ ਗੁਰੂ ਘਰਾਂ ਵਿੱਚ ਗਏ, ਮੱਥਾ ਟੇਕਿਆ ਤੇ ਘਰ ਨੂੰ ਆ ਗਏ। ਇਸ ਨਾਲ ਵਿਚਾਰਾਂ ਵਿੱਚ ਤਬਦੀਲੀ ਨਹੀਂ ਆਵੇਗੀ। ਆਚਾਰ ਵਿੱਚ ਤਬਦੀਲੀ ਆਉਣੀ ਤਾਂ ਬਹੁਤ ਦੂਰ ਦੀ ਗੱਲ ਹੈ। ਮੈਨੂੰ ਸੱਜਣ ਠੱਗ ਦੀ ਗੱਲ ਯਾਦ ਆ ਗਈ। ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਆਖਿਆ, ਸੱਜਣਾ, ਸੱਜਣ ਬਣ ਕੇ ਠੱਗੀ ਨਾ ਕਰ। ਜਦ ਤੂੰ ਸੱਜਣ ਬਣ ਕੇ ਠੱਗੀ ਕਰਦਾ ਹੈ ਤਾਂ ਤੂੰ ਬਹੁਤ ਸਾਰੇ ਧੋਖਾ ਖਾ ਜਾਂਦੇ ਹਨ।
ਮੈਂ ਬੇਨਤੀ ਕਰਾਂ ਵਿਚਾਰ ਮਲੀਨ ਹੋਣ ਤੇ ਸਿਰਫ ਇਹ ਇਨਸਾਨ ਆਪਣਾ ਕਿਰਦਾਰ ਚੰਗਾ ਪੈਦਾ ਕਰੇ ਤਾਂ ਉਹ ਜ਼ਹਿਰ ਹੈ, ਜਿਹੜੀ ਖੰਡ ਵਿੱਚ ਲਪੇਟੀ ਹੋਈ ਆਖੀ ਜਾ ਸਕਦੀ। ਅੰਤ ਵਿੱਚ ਭਗਵਾਨ ਵਾਲਮੀਕ ਜੀ ਦਇਆ ਕਰਨ, ਆਪਾਂ ਉਹਨਾਂ ਦੇ ਗੁਰਪੁਰਬ ਤੋਂ ਸਿੱਖਿਆ ਲੈ ਸਕੀਏ, ਉਹਨਾਂ ਦੀ ਬਾਣੀ ਵਿੱਚੋਂ ਸੇਧ ਲੈ ਸਕੀਏ, ਤਾਂ ਜੋ ਇਹ ਮਨੁੱਖੀ ਜਨਮ ਜਾਮਾ ਸਫਲ ਹੋ ਸਕੇ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ। ਧੰਨ ਗੁਰੂ।